वाहो वाहो गोबिंद सिंह आपे गुरु चेला तही प्रकाश हमारा भयो, तही प्रकाश हमारा भयो, पटना शहर विखे भवलयो। शिवा पर मोहे है शुभ कर्म देखो होना डरो ना डरो सोच बजाए लरो निश्चय करे अपनी जीत करो। तब झूठ मरो बेनती मेरी है बेनती संगते बुला दिए कह दो वाहे गुरु वाहे गुरु।
मित्र प्यारे नू, मित्र प्यारे नू। ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਈਜ਼ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ, ਹੱਕ ਰਾਗ ਅੰਜ਼ੂਰ ਗੁਰੂ ਗੋਬਿੰਦ ਸਿੰਘ, ਜ਼ੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਸ਼ਾਹ ਸ਼ਹਿਨਸ਼ਾਹ ਗੁਰੂ ਗੋਬਿੰਦ ਸਿੰਘ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਜੁਗੋ ਜੁਗ ਅਟਲ ਚਵਰ ਛਤਰ ਦੇ ਮਾਲਿਕ, ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਰਾ ਭਰਪੂਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਅਤੇ ਨਿੱਘੀ ਗੋਦ ਦਾ ਆਨੰਦ ਮਾਣ ਰਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਓ ਸਭ ਤੋਂ ਪਹਿਲਾਂ ਆਪਣੇ ਚਰਨਾਂ ਦੇ ਵਿੱਚ ਖਲੋਤੇ ਢਾਡੀ ਜਥੇ ਦੀ ਹਾਜ਼ਰੀ ਪ੍ਰਵਾਨ ਕਰੋ। ਇੱਕ ਵਾਰ ਫਤਿਹ ਦੀ ਸਾਂਝ ਪਾਵਾਂਗੇ, ਦੋ ਵਾਰ ਵਾਹਿਗੁਰੂ ਦੇ ਨਾਮ ਦਾ ਸਿਮਰਨ ਹੋ ਜਾਣਾ ਹੈ। ਵਾਹਿਗੁਰੂ ਆਖਿਆ ਦੁੱਖ ਦੂਰ ਹੋ ਜਾਂਦੇ ਨੇ, ਵਾਹਿਗੁਰੂ ਆਖਿਆ ਵੈਰੀ ਮਿੱਤਰ ਹੋ ਜਾਂਦੇ ਨੇ, ਵਾਹਿਗੁਰੂ ਆਖਿਆ ਸਤਿਗੁਰਾਂ ਦੀ ਨਜ਼ਰ ਮਿਲਦੀ ਹੈ। ਤੇ ਜਿਨ੍ਹਾਂ ਦੀ ਝੋਲੀ ਦੇ ਅੰਦਰ ਸਤਿਗੁਰਾਂ ਦੀ ਨਜ਼ਰ ਹੋਵੇ, ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ। ਤੇ ਖਿਮਾ ਕਰਿਆ ਜੇ ਜਿਹੜੇ ਗੁਰੂ ਦੀ ਗੋਦ ਅੰਦਰ ਬਹਿ ਕੇ ਵੀ ਜਿਨ੍ਹਾਂ ਦਾ ਮਨ ਗੁਰੂ ਦੇ ਚਰਨਾਂ ਤੇ ਨਾ ਟਿਕਿਆ, ਜਿਹੜੇ ਸਰੀਰ ਕਰਕੇ ਇੱਥੇ ਬੈਠੇ ਆ ਤੇ ਮਨ ਕਰਕੇ ਕਿਤੇ ਆਪਾਂ ਬਾਹਰ ਫਿਰਦੇ ਹੋਈਏ ਤੇ ਗੁਰਾਂ ਦੀ ਨਜ਼ਰ ਤੋਂ ਵਾਂਝੇ ਰਹਿ ਜਾਈਏ, ਉਹਨਾਂ ਵਾਸਤੇ ਸਤਿਗੁਰੂ ਜੀ ਦਾ ਬਚਨ ਹੈ, ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ
ਤਾਂ ਬਾਤ ਨਾ ਪੁੱਛੇ ਕਿ ਜੇ ਸਤਿਗੁਰ ਦੀ ਨਦਰ ਮਿਲੇ ਲੱਖਾਂ ਖੁਸ਼ੀਆਂ ਲੱਖਾਂ ਪਾਤਸ਼ਾਹੀਆਂ ਦੇ ਖਿਤਾਬ ਸਤਿਗੁਰ ਦਾਤਾ ਜੀ ਝੋਲੀ ਅੰਦਰ ਪਾਉਂਦੇ ਆ। ਖਿਮਾ ਕਰਿਓ ਜਿਹੜੇ ਗੁਰੂ ਦੀ ਨਦਰ ਤੋਂ ਵਾਂਝੇ ਰਹਿ ਜਾਣ ਉਹਨਾਂ ਦੀ ਫਿਰ ਕੋਈ ਬਾਤ ਨਹੀਂ ਪੁੱਛਦਾ। ਆਓ ਆਪਾਂ ਗੁਰੂ ਦੀ ਨਦਰ ਦੇ ਪਾਤਰ ਬਣਨ ਦਾ ਯਤਨ ਕਰੀਏ। ਬੜੇ ਅਦਬ ਤੇ ਸਤਿਕਾਰ ਦੇ ਨਾਲ ਝੁਕਾਓ ਗੁਰੂ ਸਾਹਿਬ ਦੇ ਚਰਨਾਂ ਤੇ ਸੀਸ, ਦੋਵੇਂ ਹੱਥ ਜੋੜ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਮਨੁੱਖਾ ਜਨਮ ਦੇ ਕੇ ਆਪਣੇ ਦਰਬਾਰ ਦੇ ਢਾਡੀ ਹੋਣ ਦਾ ਮਾਣ ਦਿੱਤਾ। ਉਪਰੰਤ ਸ਼ਾਹਪੁਰ ਨਗਰ ਦੀ ਸਮੂਹ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ, ਜਿਹੜੇ ਆਪਣੇ ਕੰਮਾਂ ਧੰਦਾਰਾਂ ਨੂੰ ਛੱਡਦਿਆਂ ਹੋਇਆਂ ਅੱਜ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਾਜਾਂ ਵਾਲੇ, ਸਾਜਾਂ ਵਾਲੇ, ਤਾਜਾਂ ਵਾਲੇ, ਮਿੱਠੀਆਂ ਆਵਾਜ਼ਾਂ ਵਾਲੇ ਸੰਤ ਸਿਪਾਹੀ, ਸੰਤ ਸੂਰਮੇ ਸਾਹਿਬੇ ਕਮਾਲ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਵਾਸਤੇ ਗੁਰੂ ਦੀ ਗੋਦ ਦੇ ਅੰਦਰ ਸਮਾਧੀਆਂ ਲਾ ਕੇ ਬੈਠੇ ਹੋ। ਆਓ ਸਾਧ ਸੰਗਤ, ਸਭ ਤੋਂ ਪਹਿਲਾਂ ਮੈਂ ਆਪਣੇ ਢਾਡੀ ਜਥੇ ਵੱਲੋਂ ਸਾਰੀ ਸੰਗਤ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਪੇਸ਼ ਕਰਦਾ, ਲੱਖ ਲੱਖ ਮੁਬਾਰਕਾਂ। ਅਗਰਤਾ ਦੀ ਦਾਤ ਬਣਾਈ ਰੱਖਿਆ ਜੇ ਮੈਂ ਆਪ ਜੀ ਦੇ ਸਾਹਮਣੇ ਕੁਝ ਨਵਾਂਪਨ ਕਹਿਣ ਦਾ ਯਤਨ ਕਰਨ ਲੱਗਾ। ਗੁਰੂ ਪਾਤਸ਼ਾਹ ਜੀ ਦੀਆਂ 14 ਜੰਗਾਂ ਦੇ ਵਿੱਚੋਂ ਦੂਸਰੀ ਜੰਗ ਹੈ ਨਦੌਣ ਦੀ ਜੰਗ। ਨਦੌਣ ਦੀ ਜੰਗ ਦਾ ਸਾਕਾ ਮੈਂ ਆਪ ਜੀ ਦੇ ਸਾਹਮਣੇ ਉਹ ਸੀਨ ਕਹਿਣ ਦਾ ਯਤਨ ਕਰਨ ਲੱਗਾ। ਗੁਰੂ ਕਿਰਪਾ ਕਰੇ ਸਾਰੀ ਸੰਗਤ ਅਸੀਸ ਬਣਾਈ ਰੱਖਿਆ ਜੇ। ਇਹ ਜਿਹੜੀ ਨਦੌਣ ਦੀ ਜੰਗ ਹੈ ਨਾ, ਦੂਸਰੀ ਜੰਗ ਹੈ ਕਲਗੀ ਵਾਲੇ ਪਾਤਸ਼ਾਹ ਜੀ ਦੀ, ਆਮ ਸੰਗਤ ਦੇ ਵਿੱਚ ਬੜੀ ਘੱਟ ਪ੍ਰਚਾਰੀ ਜਾਂਦੀ ਆ। ਮੈਂ ਆਪ ਜੀ ਦੇ ਸਾਹਮਣੇ ਉਹ ਸਾਕਾ ਕਹਿਣ ਦਾ ਯਤਨ ਕਰਨ ਲੱਗਾ ਹੈ। ਆਓ ਸੁਰਤ ਕਰਕੇ ਚੱਲੀਏ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ। ਅਨੰਦਪੁਰ ਸਾਹਿਬ ਦੀ ਧਰਤੀ ਤੇ ਕਲਗੀ ਵਾਲੇ ਪਾਤਸ਼ਾਹ ਜੀ ਦਾ ਸਜਿਆ ਹੋਇਆ ਦਰਬਾਰ। ਅਨੰਦਪੁਰ ਸਾਹਿਬ ਦੇ ਬਾਬਤ ਹਰਗੋਬਿੰਦਪੁਰੀ ਸਾਹਿਬ ਨੇ 2 ਲਾਈਨਾਂ ਬੜੀਆਂ ਖੂਬਸੂਰਤ ਲਿਖੀਆਂ। ਕਹਿੰਦੇ ਫੁੱਲਾਂ ਵਿੱਚੋਂ ਫੁੱਲ ਜਿਵੇਂ ਸੋਹਣਾ ਹੈ ਗੁਲਾਬ ਦਾ, ਸ਼ਹਿਰਾਂ ਵਿੱਚੋਂ ਸ਼ਹਿਰ ਹੈ ਅਨੰਦਪੁਰ ਸਾਹਿਬ ਦਾ। ਇਹਦੇ ਵਿੱਚ ਬਾਜਾਂ ਵਾਲੇ ਮਾਹੀ ਦਾ ਵਸੇਰਾ ਏ, ਕਿਲੇ ਉੱਤੇ ਖਾਲਸੇ ਦਾ ਝੂਲ ਦਾ ਫਰੇਰਾ ਏ। ਰਾਗੀ ਸਿੰਘ ਰਾਗਾਂ ਦੀਆਂ ਹੇਕਾਂ ਪਏ ਲਾਉਂਦੇ ਨੇ, ਉਹ ਗੁਰੂ ਦੇ ਪਿਆਰੇ ਗੁਰਬਾਣੀ ਪਏ ਗਾਉਂਦੇ ਨੇ। ਸੰਗਤਾਂ ਦੇ ਵਿੱਚ ਇਦਾਂ ਜਲਵਾ ਹਜੂਰ ਦਾ, ਹੀਰਿਆਂ ਦੇ ਵਿੱਚ ਜਿੱਦਾਂ ਟੋਰ ਕੋਹੇ ਨੂਰ ਦਾ। ਕਲਗੀ ਵਾਲੇ ਪਾਤਸ਼ਾਹ ਜੀ ਦੀ ਉਹ ਆਨੰਦਾਂ ਦੀ ਫੁਲਵਾੜੀ ਅਨੰਦਪੁਰ ਸਾਹਿਬ। ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਕਲਗੀ ਵਾਲੇ ਪਾਤਸ਼ਾਹ ਪੌਂਟਾ ਸਾਹਿਬ ਦੀ ਧਰਤੀ ਤੇ ਗਏ, ਕਰੀਬ 1688 ਈਸਵੀ ਦੇ ਅੱਧ ਦਾ ਸਮਾਂ ਹੈ। ਸਾਧ ਸੰਗਤ ਪੌਂਟਾ ਸਾਹਿਬ ਦੀ ਧਰਤੀ ਤੇ ਗਏ, ਜਿੱਥੇ ਅੱਜ ਕੱਲ ਪੌਂਟਾ ਸਾਹਿਬ ਗੁਰਦੁਆਰਾ ਸੁਸ਼ੋਭਿਤ ਹੈ। ਜਿਸ ਜਗ੍ਹਾ ਤੇ ਕਲਗੀ ਵਾਲੇ ਪਾਤਸ਼ਾਹ ਜੀ ਦੇ ਪਵਨ ਟੀਕੇ, ਉੱਥੇ ਬਹੁਤ ਆਲੀਸ਼ਾਨ ਸੋਹਣਾ ਗੁਰਦੁਆਰਾ ਪੌਂਟਾ ਸਾਹਿਬ ਬਣਿਆ ਹੋਇਆ। ਪੌਂਟਾ ਸਾਹਿਬ ਦੀ ਧਰਤੀ ਤੇ ਗਏ ਨਾ ਜਦੋਂ, ਤੇ ਜਿਹੜੇ 22 ਧਾਰ ਦੇ ਰਾਜੇ ਆ ਸਾਧ ਸੰਗਤ, ਇਹ ਗੁਰੂ ਘਰ ਦੀਆਂ ਸ਼ਾਨਾਂ ਵੇਖ ਕੇ ਤਾਂ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ। ਇਹ ਖਾਮ-ਖਾ ਗੁਰੂ ਪਾਤਸ਼ਾਹ ਜੀ ਦੇ ਨਾਲ ਲੜਨ ਤੱਕ ਗਏ। ਆਖਿਰਕਾਰ ਪੌਂਟਾ ਸਾਹਿਬ ਤੋਂ 17 ਕਿਲੋਮੀਟਰ ਦੂਰੀ ਤੇ ਨਗਰ ਹੈ, ਨਗਰ ਦਾ ਨਾਮ ਹੈ ਭੰਗਾਣੀ। ਭੰਗਾਣੀ ਦੀ ਜਗ੍ਹਾ ਦੇ ਉੱਤੇ ਗੁਰੂ ਪਾਤਸ਼ਾਹ ਜੀ ਦੇ ਉੱਤੇ 22 ਦੇ 22 ਰਾਜੇ ਇਹ ਚੜ ਕੇ ਆਏ। ਘਮਾਸਾਨ ਦਾ ਜੰਗ ਹੋਇਆ। 22 ਧਾਰ ਕਹਿਣ ਦਾ ਮਤਲਬ ਸਾਧ ਸੰਗਤ 22 ਮੁੱਖ ਮੰਤਰੀ, 22 ਸਟੇਟਾਂ ਦੇ 22 ਮੁੱਖ ਮੰਤਰੀ ਆਪਣੀਆਂ ਆਪਣੀਆਂ ਫੌਜਾਂ ਲੈ ਕੇ ਕਲਗੀ ਵਾਲੇ ਪਾਤਸ਼ਾਹ ਜੀ ਦੇ ਨਾਲ ਭੰਗਾਣੀ ਦੀ ਧਰਤੀ ਦੇ ਉੱਤੇ ਲੜਨ ਤੱਕ ਗਏ। ਲਹੂ ਡੁਲਵੀਂ ਲੜਾਈ ਹੋਈ, ਸਾਰਾ ਦਿਨ ਜੰਗ ਹੋਇਆ। ਇਸ ਜੰਗ ਦੇ ਵਿੱਚ 22 ਧਾਰ ਦੇ ਰਾਜੇ ਅੱਡੀ ਚੋਟੀ ਦਾ ਜ਼ੋਰ ਲਾ ਕੇ ਲੜੇ, ਪਰ ਉਹ ਲੜਦੇ ਲੜਦੇ ਹਾਰ ਗਏ ਤੇ ਕਲਗੀ ਵਾਲੇ ਪਾਤਸ਼ਾਹ ਜਿੱਤ ਗਏ। ਇਸ ਜੇਤੂ ਜੰਗ ਦੇ ਮੈਦਾਨ ਦੇ ਜਰਨੈਲ ਧੰਨ ਸ਼੍ਰੀ ਗੁਰੂ ਗੋਬਿੰਦ ਰਾਏ ਪਾਤਸ਼ਾਹ ਜੀ ਐਲਾਨੇ ਗਏ। ਸਾਧ ਸੰਗਤ, ਪਰ ਕੁਰਬਾਨ ਜਾਇਆ ਜੇ ਕਲਗੀ ਵਾਲੇ ਪਾਤਸ਼ਾਹ ਜੀ ਤੇ। ਉਹਨਾਂ ਸਮਿਆਂ ਦੇ ਅੰਦਰ ਜੰਗਾਂ ਯੁੱਧਾਂ ਦਾ ਅਸੂਲ ਹੋਇਆ ਕਰਦਾ ਸੀ, ਜਿਹੜਾ ਜੇਤੂ ਹੈ ਨਾ, ਉਹ ਹਾਰੇ ਹੋਏ ਨੂੰ ਜਾਂ ਮਾਰ ਦਿਆ ਕਰਦਾ ਸੀ ਜਾਂ ਜੇਲ੍ਹਾਂ ਵਿੱਚ ਸੁੱਟ ਦਿੰਦਾ ਸੀ ਤੇ ਉਹਦੀ ਜ਼ਮੀਨ ਦੇ ਉੱਤੇ ਕਬਜ਼ਾ ਕਰ ਲੈਂਦਾ ਸੀ। ਪਰ ਕੁਰਬਾਨ ਜਾਇਆ ਜੇ ਕਲਗੀ ਵਾਲੇ ਪਾਤਸ਼ਾਹ ਜੀ ਤੇ ਕਿਸੇ ਰਾਜੇ ਨੂੰ ਕੈਦੀ ਨਾ ਬਣਾਇਆ, ਕਿਸੇ ਰਾਜੇ ਨੂੰ ਸਾਧ ਸੰਗਤ ਮਾਰਿਆ ਨਾ ਗਿਆ। ਤੇ ਥੋੜੀ ਜ਼ਮੀਨ ਨਹੀਂ ਸੀ 22 ਧਾਰ ਦੇ ਰਾਜਿਆਂ ਦੀ, ਜੰਮੂ ਕਸ਼ਮੀਰ ਤੋਂ ਲੈ ਕੇ ਦਿੱਲੀ ਦੇ ਨਾਲ ਯਮਨਾ ਦਰਿਆ, ਸਾਰਾ ਇਹ ਇਲਾਕਾ 22 ਧਾਰ ਦੇ ਰਾਜਿਆਂ ਦਾ ਇਲਾਕਾ ਹੋਇਆ ਕਰਦਾ ਸੀਗਾ। ਕੁਰਬਾਨ ਜਾਇਆ ਜੇ ਕਲਗੀ ਵਾਲੇ ਪਾਤਸ਼ਾਹ ਜੀ ਤੇ ਇੱਕ ਗਿੱਠ ਜ਼ਮੀਨ ਉੱਤੇ ਕਬਜ਼ਾ ਨਾ ਕੀਤਾ। ਤੇ ਜਦੋਂ ਹਾਰ ਕੇ ਆਪੋ ਆਪਣੇ ਘਰਾਂ ਨੂੰ ਗਏ, ਇਹਨਾਂ ਦਾ ਜਿਹੜਾ ਸਰਦਾਰ ਸੀ 22 ਧਾਰ ਦੇ ਰਾਜਿਆਂ ਦਾ, ਉਹਦਾ ਨਾਂ ਸੀ ਭੀਮ ਚੰਦ ਕਹਿਲੂਰੀਆ। ਬਿਲਾਸਪੁਰ ਰਿਆਸਤ ਦਾ, ਬਿਲਾਸਪੁਰ ਸ਼ਹਿਰ ਦਾ ਰਹਿਣ ਵਾਲਾ ਸੀਗਾ ਭੀਮ ਚੰਦ ਕਹਿਲੂਰੀਆ। ਜਦੋਂ ਆਪਣੇ ਘਰ ਗਿਆ, ਇਹਦੀ ਮਾਂ ਦਾ ਨਾਮ ਹੈ ਮਹਾਰਾਣੀ ਚੰਪਾ। ਇਹ ਮਹਾਰਾਣੀ ਉਹ ਹੈ ਜਿਹਦੇ ਕੋਲੋਂ 9ਵੇਂ ਪਾਤਸ਼ਾਹ ਜੀ ਨੇ ਮਾਖੋਵਾਲ ਦੀ ਧਰਤੀ ਮੁੱਲ ਖਰੀਦ ਕੇ ਅਨੰਦਪੁਰ ਸਾਹਿਬ ਨਗਰ ਵਸਾਇਆ ਸੀਗਾ। ਇਹ ਮਹਾਰਾਣੀ ਚੰਪਾ ਨੂੰ ਪਤਾ ਲੱਗਾ ਕਿ ਮੇਰਾ ਪੁੱਤ ਭੀਮ ਚੰਦ 10ਵੇਂ ਗੁਰੂ ਨਾਲ ਲੜ ਕੇ ਆਇਆ।
ਕਹਿਣ ਲੱਗੀ ਭੀਮ ਚੰਦਾ ਮੈਨੂੰ ਪਤਾ ਲੱਗਾ ਤੂੰ 10ਵੇਂ ਗੁਰੂ ਨਾਲ ਲੜ ਕੇ ਆਇਆ। ਕਹਿਣ ਲੱਗਾ ਹਾਂ ਮਾਂ ਅਸੀਂ ਲੜੇ ਆ ਪਰ ਅਸੀਂ ਹਾਰ ਗਏ। ਵੱਡੀ ਗੱਲ ਇਹ ਨਾ ਗੁਰੂ ਨੇ ਸਾਨੂੰ ਕੈਦੀ ਬਣਾਇਆ ਨਾ ਸਾਡੀ ਇੱਕ ਗਿੱਠ ਜ਼ਮੀਨ ਉੱਤੇ ਕਬਜ਼ਾ ਕੀਤਾ। ਜਦੋਂ ਇੰਨੀ ਗੱਲ ਸੁਣੀ ਨਾ ਮਹਾਰਾਣੀ ਚੰਪਾ ਨੇ ਕਹਿਣ ਲੱਗੀ ਭੀਮ ਚੰਦਾ ਉਹ ਲੱਖ ਲਾਹਨਤ ਹੈ ਤੇਰੇ ਤੇ ਪੁੱਤਰਾ ਤੂੰ 10ਵੇਂ ਗੁਰੂ ਨਾਲ ਜਾ ਕੇ ਲੜਿਆ। ਕਹਿਣ ਲੱਗੀ ਭੀਮ ਚੰਦਾ ਤੂੰ ਭੁੱਲ ਗਿਆ ਤੇਰਾ ਪਿਓ ਦੀਪ ਚੰਦ 9ਵੇਂ ਪਾਤਸ਼ਾਹ ਜੀ ਦੇ ਚਰਨਾਂ ਤੋਂ ਆਪਣਾ ਸੀਸ ਨਹੀਂ ਸੀ ਚੱਕਿਆ ਕਰਦਾ। ਉਹ ਭੀਮ ਚੰਦਾ ਉਹ ਤੂੰ ਕਿੱਦਾਂ ਭੁੱਲ ਗਿਆ ਤੇਰਾ ਦਾਦਾ ਤਾਰਾ ਚੰਦ ਤੇਰੇ ਦਾਦੇ ਨੂੰ ਕਲਗੀ ਵਾਲੇ ਪਾਤਸ਼ਾਹ ਜੀ ਦਾ ਦਾਦਾ ਗਵਾਲੀਅਰ ਦੇ ਕਿਲੇ ਚੋਂ ਛੁਡਾ ਕੇ ਲੈ ਕੇ ਆਇਆ ਸੀਗਾ। ਜਿਹੜੇ 52 ਰਾਜੇ ਰਿਹਾ ਕਰਵਾਏ ਨਾ 6ਵੇਂ ਪਾਤਸ਼ਾਹ ਜੀ ਨੇ ਉਹਨਾਂ 52 ਰਾਜਿਆਂ ਦੇ ਵਿੱਚ ਇੱਕ ਸੀਗਾ ਤਾਰਾ ਚੰਦ ਤੇ ਆ ਤਾਰਾ ਚੰਦ ਦਾ ਪੋਤਾ ਭੀਮ ਚੰਦ ਗੁਰੂ ਪਾਤਸ਼ਾਹ ਜੀ ਨਾਲ ਲੜ ਕੇ ਆਇਆ। ਇਹਦੀ ਮਾਂ ਕਹਿਣ ਲੱਗੀ ਭੀਮ ਚੰਦਾ ਉਹ ਤੇਰੇ ਲੱਖ ਲਾਹਨਤਾਂ ਤੇਰੇ ਤੇ ਤੂੰ ਮਰ ਜਾਂਦਾ ਤੇਰੀ ਸ਼ਨੋਣੀ ਮੇਰੇ ਕੰਨੀ ਪੈ ਜਾਂਦੀ ਮੈਂ ਦੁੱਖ ਨਾ ਮਨਾਉਂਦੀ ਪਰ ਮੈਨੂੰ ਬੜਾ ਧੱਕਾ ਲੱਗਾ ਤੂੰ 10ਵੇਂ ਗੁਰੂ ਨਾਲ ਜਾ ਕੇ ਲੜਿਆ। ਭੀਮ ਚੰਦ ਕਹਿਣ ਲੱਗਾ ਮਾਂ ਮੈਥੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦੇ। ਇਹਦੀ ਮਾਂ ਕਹਿਣ ਲੱਗੀ ਭੀਮ ਚੰਦਾ ਵੇ ਪੁੱਤਰਾ ਮੇਰੇ ਕੋਲੋਂ ਮਾਫੀ ਕਿਉਂ ਮੰਗਦਾ ਉਸ ਗੁਰੂ ਦਾ ਜਿਹਦਾ ਕਸੂਰਵਾਰ ਹੈ ਉਸ ਗੁਰੂ ਦੇ ਕੋਲ ਜਾ ਉਹ ਬੜੇ ਬਖਸ਼ਿੰਦ ਪਿਤਾ ਨੇ ਬੜੇ ਬਖਸ਼ਿੰਦ ਨੇ। ਉਸ ਘਰ ਕੀਰਤਨ ਹੁੰਦਾ ਜੋ ਸ਼ਰਨ ਆਵੇ ਤੇ ਸਕੰਠ ਲਾਵੇ ਇਹ ਬਿਰਧ ਸੁਆਮੀ ਸੰਦਾ ਉਹ ਬਖਸ਼ ਦਿੰਦੇ ਆ ਜੇ ਕੋਈ ਉਹਨਾਂ ਦੇ ਚਰਨਾਂ ਤੇ ਜਾ ਕੇ ਦਿਲੋਂ ਮਾਫੀਆਂ ਮੰਗੇ। ਭੀਮ ਚੰਦ ਆਪਣੀ ਬੁੱਢੀ ਮਾਂ ਨੂੰ ਨਾਲ ਲੈ ਕੇ ਸਾਧ ਸੰਗਤ ਕਲਗੀ ਵਾਲੇ ਪਾਤਸ਼ਾਹ ਜੀ ਦੇ ਦਰਬਾਰ ਆਨੰਦਾਂ ਦੀ ਪੁਰੀ ਪਹੁੰਚਿਆ। ਕਲਗੀ ਵਾਲੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਹੱਥ ਲਾ ਕੇ ਕਹਿਣ ਲੱਗਾ ਦਾਤਾ ਬੜੀ ਵੱਡੀ ਗਲਤੀ ਹੋ ਗਈ ਮਾਫ ਕਰ ਦੋ ਮੈਨੂੰ ਆਪਣੇ ਚਰਨਾਂ ਦਾ ਭੋਰਾ ਬਣਾ ਲਓ। ਜੋ ਪੈ ਹਮਨਾ ਪਾਪ ਕਰੰਤਾ ਅਹੈ ਅਨੰਤਾ ਪਤਤ ਪਾਵਨ ਨਾਮ ਕੈਸੇ ਹੰਤਾ। ਕਹਿਣ ਲੱਗਾ ਦਾਤਾ ਆਪਣਾ ਸਿੱਖ ਬਣਾ ਲਓ ਮੈਨੂੰ ਮਾਫੀ ਦੇ ਦਿਓ ਬੜੀ ਭਾਰੀ ਗਲਤੀ ਹੋਈ ਹੈ ਮੇਰੇ ਕੋਲੋਂ। ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਭੀਮ ਚੰਦਾ ਪਹਿਲ ਅਸੀਂ ਕਰਦੇ ਨਹੀਂ ਤੇ ਉਧਾਰ ਅਸੀਂ ਰੱਖਦੇ ਨਹੀਂ ਇਹ ਸਾਡੇ ਗੁਰੂ ਘਰ ਦਾ ਪੈਗੰਬਰੀ ਤਰਾਨਾ ਹੈ। ਲੋ ਸਾਧ ਸੰਗਤ ਭੀਮ ਚੰਦ ਕਲਗੀ ਵਾਲੇ ਪਾਤਸ਼ਾਹ ਜੀ ਦੇ ਕੋਲੋਂ ਮਾਫੀਆਂ ਮੰਗ ਕੇ ਕਲਗੀ ਵਾਲੇ ਪਾਤਸ਼ਾਹ ਜੀ ਦਾ ਸਿੱਖ ਬਣ ਆਇਆ ਤੇ ਜਦੋਂ ਬਾਕੀ ਦੇ 21 ਰਾਜਿਆਂ ਨੂੰ ਪਤਾ ਉਹ ਇਹਦੇ ਬਣ ਗਏ ਦੁਸ਼ਮਣ। ਜਦੋਂ ਪਤਾ ਲੱਗਾ 21 ਰਾਜਿਆਂ ਨੂੰ ਵੀ ਇਹ ਮਾਫੀ ਮੰਗ ਆਇਆ ਸਿੱਖ ਬਣ ਆਇਆ ਇਹਦੇ ਬਣ ਗਏ ਦੁਸ਼ਮਣ। ਉਹ ਕਹਿਣ ਲੱਗੇ ਭੀਮ ਚੰਦਾ ਜੇ ਗੁਰੂ ਦੇ ਦਰਬਾਰ ਤੇ ਜਾਣਾ ਸੀ ਸਾਨੂੰ ਦੱਸ ਕੇ ਜਾਂਦਾ ਸਾਡੇ ਨਾਲ ਸਲਾਹ ਕਰਕੇ ਜਾਂਦਾ ਅਸੀਂ ਵੀ ਤੇਰੇ ਨਾਲ ਜਾਂਦੇ। ਹੁਣ ਸਾਧ ਸੰਗਤ ਇਹ ਕਿੱਥੋਂ ਦੀ ਗੱਲ ਹੋਈ ਵੀ ਜੇ ਆਪਾਂ ਗੁਰੂ ਦੇ ਘਰ ਜਾਣਾ ਆਪਾਂ ਢੰਡੋਰਾ ਪਿੱਟ ਕੇ ਥੋੜੋ ਜਾਣਾ ਵੀ ਮੈਂ ਚੱਲਿਆ ਗੁਰੂ ਦੇ ਘਰ ਆ ਜਾਓ ਮੇਰੇ ਮਗਰ। ਭੀਮ ਚੰਦ ਦਾ ਕਸੂਰ ਇੰਨਾ ਸੀਗਾ ਕਿ ਇਹ ਇਸ ਗੁਰੂ ਦੇ ਚਰਨਾਂ ਦਾ ਭੋਰਾ ਬਣ ਗਿਆ ਇਹ ਗੁਰੂ ਦਾ ਸਿੱਖ ਬਣ ਗਿਆ ਸਿਰਫ ਇਹੀ ਕਸੂਰ ਸੀਗਾ। 21 ਰਾਜੇ ਇਹਦੇ ਬਣ ਗਏ ਦੁਸ਼ਮਣ ਤੇ ਸਾਧ ਸੰਗਤ ਉਸ ਸਮੇਂ ਦੇ ਅੰਦਰ ਜਿਹੜਾ ਭਾਰਤ ਦਾ ਬਾਦਸ਼ਾਹ ਹੈ ਔਰੰਗਜ਼ੇਬ ਔਰੰਗਜ਼ੇਬ ਨੇ ਅੱਜ ਤੱਕ ਦਾ ਸਭ ਤੋਂ ਲੰਬਾ ਰਾਜ ਕੀਤਾ ਭਾਰਤ ਦੀ ਧਰਤੀ ਤੇ। ਲਗਾਤਾਰ 48 ਸਾਲ ਇਹ ਭਾਰਤ ਦਾ ਬਾਦਸ਼ਾਹ ਰਿਹਾ ਤੇ ਇਹਨਾਂ 48 ਸਾਲਾਂ ਦੇ ਅੰਦਰ ਜੰਮੂ ਕਸ਼ਮੀਰ ਦੇ 12 ਗਵਰਨਰ ਬਦਲੇ ਆ। ਇਹਨਾਂ 12 ਗਵਰਨਰਾਂ ਦੇ ਵਿੱਚੋਂ ਇੱਕ ਹੈ ਮੀਆਂ ਖਾਨ ਤੇ ਮੀਆਂ ਖਾਨ ਦੀ ਡਿਊਟੀ ਹੋਇਆ ਕਰਦੀ ਸੀ 22 ਧਾਰ ਦੇ ਰਾਜਿਆਂ ਦੇ ਕੋਲੋਂ ਮਾਮਲਾ ਲੈਣਾ 6 ਮਹੀਨੇ ਬਾਅਦ। ਤੇ ਜਦ ਸੰਗਤ ਇਹ ਜਿਹੜੇ ਹਿੰਦੂ ਰਾਜੇ ਸਨ 22 ਧਾਰ ਦੇ ਰਾਜੇ ਇਹ ਹਿੰਦੂ ਰਾਜੇ ਸਨ ਇਹ ਆਪਣਾ ਰਾਜ ਕਾਇਮ ਕਰਕੇ ਬੈਠੇ ਸਨ। ਹਿੰਦੂ ਰਾਜ ਕਾਇਮ ਕਰਨ ਦੇ ਬਦਲੇ ਔਰੰਗਜ਼ੇਬ ਨੂੰ 6 ਮਹੀਨੇ ਦੀ ਸ਼ਮਾਈ ਤਾਰਿਆ ਕਰਦੇ ਸਨ ਤੇ ਮੀਆਂ ਖਾਨ ਦੀ ਡਿਊਟੀ ਹੋਇਆ ਕਰਦੀ ਸੀ। ਮੀਆਂ ਖਾਨ ਬੜਾ ਪਾਪੀ ਪੁਰਸ਼ ਆ ਬੜਾ ਕਾਮੀ ਬੰਦਾ ਹੈ ਇਹ ਐਡਾ ਲਾਲਚੀ ਆ ਜੇ ਸਾਧ ਸੰਗਤ ਮਾਮਲਾ 1000 ਲੈਣਾ ਇਹ ਧੱਕੇ ਦੇ ਨਾਲ 3-3 4-4 ਹਜ਼ਾਰ ਲੈ ਕੇ ਆਉਂਦਾ। ਬਹੂ ਬੇਟੀਆਂ ਦੀ ਇੱਜ਼ਤ ਨੂੰ ਪੈਰਾਂ ਦੇ ਵਿੱਚ ਰੋਲਦਾ ਤੇ ਸਾਧ ਸੰਗਤ ਜੇ ਮਾਮਲਾ 6 ਮਹੀਨੇ ਬਾਅਦ ਲੈਣਾ ਇਹ 6 ਮਹੀਨਿਆਂ ਦੇ ਬਾਅਦ 2-2 3-3 ਵਾਰੀ ਦਰਸ਼ਨ ਦੇ ਆਉਂਦਾ ਹੁੰਦਾ ਸੀਗਾ। ਧੱਕੇ ਦੇ ਨਾਲ ਇਹ ਗੁਲਾਮ ਸੀ ਨਾ 22 ਧਾਰ ਦੇ ਰਾਜੇ ਤੇ ਗੁਲਾਮਾਂ ਦੇ ਉੱਤੇ ਸਦਾ ਹੀ ਇਹ ਜਰਵਾਣੇ ਜ਼ੋਰ ਕਰਦੇ ਆਏ ਆ। ਹੁਣ ਸਾਧ ਸੰਗਤ ਮੀਆਂ ਖਾਨ ਨੇ ਅੱਜ ਆਪਣਾ ਇੱਕ ਹਲਕਾਰਾ ਭੇਜਿਆ ਉਹਦਾ ਨਾਮ ਹੈ ਆਲਫ ਖਾਨ। ਆਲਫ ਖਾਨ ਨੂੰ ਕਹਿਣ ਲੱਗਾ ਆਲਫ ਖਾਨ 22 ਧਾਰ ਦੇ ਰਿਆਸਤਾਂ ਅੰਦਰ ਜਾ 6 ਮਹੀਨੇ ਦਾ ਮਾਮਲਾ ਲੈ ਕੇ ਆ। ਹੁਣ ਆਲਫ ਖਾਨ ਮੀਆਂ ਖਾਨ ਦਾ ਹੁਕਮ ਪਾ ਕੇ 22 ਧਾਰ ਦੀਆਂ ਰਿਆਸਤਾਂ ਵਿੱਚ ਆਇਆ ਕਾਂਗੜੇ ਰਾਹੀਂ ਪ੍ਰਵੇਸ਼ ਕੀਤਾ। ਸਭ ਤੋਂ ਪਹਿਲਾਂ ਪਹੁੰਚਿਆ ਕਟੋਚ ਰਿਆਸਤ ਅੰਦਰ। ਇਹ ਜਿਹੜੀ ਕਟੋਚ ਰਿਆਸਤ ਆ ਇਹਦਾ ਰਾਜਾ ਹੈ ਕਿਰਪਾਲ ਚੰਦ ਕਟੋਚੀਆ। ਉਹਨੂੰ ਸੁਨੇਹਾ ਭੇਜਿਆ ਕਿਰਪਾਲ ਚੰਦਾ ਮੈਂ 22 ਧਾਰ ਦੇ ਰਿਆਸਤਾਂ ਦੇ ਅੰਦਰ 6 ਮਹੀਨੇ ਦਾ ਮਾਮਲਾ ਲੈਣ ਆਇਆ ਮਾਮਲਾ ਦੇ।
ते कृपाल चंद कहन लगा हजूरे अनवर वो 2 महीने होए नहीं मियां खान आप मामला लेके गया तू फिर आ गया मामला लैन वो 2 महीने तो हले होया मामला दित्या नू ते आलफ खान दाबा मार के कहन लगा कृपाल चंदा वो मियां खान दा दिमाग खराब आ कि तेरा दिमाग खराब आ ओए उन्हें तां मैनू मामला लैन भेजिया मैं मामला लेके जावांगा हिक दे जोर नाल लेके जावांगा जदों इन्हां दाबा मारिया कृपाल चंद दे बुल्लां ते खुशकी छा गई इन्हें अपने गवांढी राजे दयाल चंद बिजड़वालिया नूं सद्दिया कहन लगा दयाल चंदा वो बिपता सिर ते आके खड़ गई आ खजाना सारा खाली होया फिरदा वो कहंदा भंगाणी दी लड़ाई दे अंदर सारा खर्चा हो गया वो खजाना खाली होया मामला कित्थों देना ते दयाल चंद हुणे राजनीतिक बंदे आ ना जड़े साथ संगत वो अज दी डेट दे अंदर भी धर्म दी राजनीति ते सारिਆਂ ने पल्ले दे विचों झाड़ दित्ती आ धर्म दी राजनीति कौन करदा ये जड़े राजनीतिक बंदे हुंदे आ इन्हां दा दिमाग बड़ा शातर होया करदा सदा पुठे पासे नूं ही सोचिया करदे आ हुण दयाल चंद ये गंदी राजनीति खेडदा कहण लगा कृपाल चंदा आपां एक काम करिए आपां राजनीति खेडीए कहंदा आ जड़ा बाला सका बनिया फिरदा ना भीम चंद 10वें गुरु दा आपां इहदे उत्ते सारी गल सुट दिंने आ आपां कह दिंने आ कि मामला ते सारा भीम चंद दे कोले पिया ओदे कोलों जाके ले ला आओ तक्को साध संगत ये 2 कपटी राजे ये राजनीति खेडदे आ गंदियां चालां चलदे आ ये गुरु दे सिख दे प्रति ये किहड़ियां चालां ਚੱਲਣ ਲੱਗੇ ਆ ਉਹਨਾਂ ਬੋਲਾਂ ਨੂੰ ਪਰਮਿੰਦਰ ਸਿੰਘ ਅਮੋਲਕ ਬੜਾ ਪਿੰਡ ਵਾਲਿਆਂ ਦਾ ਢਾਡੀ ਜਥਾ ਆਪ ਜੀ ਦੀ ਸੇਵਾ 'ਚ ਹੈ ਇਹੋ ਬਿਆਨ ਕਰਦਾ ਹੈ
ਨਾ ਕਢਿਆਣਾ ਕਹੇ ਦੋਹਾਂ ਨੇ, ਕਢਿਆਣਾ ਕਹੇ ਦੋਹਾਂ ਨੇ, ਉਹਦਾ ਕਢਿਆਣਾ ਕਹੇ ਦੋਹਾਂ ਨੇ, ਚੁੱਕਿਆ ਨਜ਼ਰਾਂ ਨੇ ਦਾ ਥਾਲ। ਚੰਦ ਗਲ ਪਾ ਦਈਏ ਆਪੇ ਚੱਲੂ ਚਾਲ, ਆਉਣਾ ਕੜਿਆਲਾ ਕਿਹਾ ਦੋਹਾਂ ਨੇ। ਕੜਿਆਲਾ ਕਿਹਾ ਦੋਹਾਂ ਨੇ, ਚੁੱਕਿਆ ਨਜ਼ਰਾਂ ਨੇ ਦਾ ਥਾਲ, ਸੰਗਤ ਜੀ ਨਜ਼ਰਾਂ ਨੇ ਦਾ ਥਾਲ। ਇਤਿਹਾਸ ਦਾ ਮਾਣ ਕਰਦਿਆਂ ਸਾਰੀ ਸੰਗਤ ਦੇ ਵੱਲੋਂ ਢਾਡੀ ਜਥੇ ਨੂੰ ਮਾਇਆ ਦੇ ਰੂਪ ਅੰਦਰ ਬੜਾ ਪਿਆਰ ਮਿਲਿਆ। ਇਸ ਪਿਆਰ ਦੇ ਕਾਬਿਲ ਤਾਂ ਨਹੀਂ, ਪਰ ਸਾਰੀ ਸੰਗਤ ਦੇ ਪਿਆਰ ਦੇ ਅੱਗੇ ਸੀਸ ਝੁਕਾਉਂਦੇ ਹਾਂ ਗੁਰੂ ਚਰਨਾਂ 'ਚ। ਸਾਰੇ ਨਗਰ ਖੇੜੇ ਦੀ ਸਾਰੀ ਸੰਗਤ ਦੀ ਸੁਖ ਸ਼ਾਂਤੀ ਵਾਸਤੇ ਅਰਦਾਸ। ਸਤਿਗੁਰੂ ਦਾਤਾ ਜੀ ਆਪਣੇ ਦਰ ਘਰੋਂ ਨਾਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ, ਅੰਮ੍ਰਿਤ ਵੇਲੇ ਦਾ ਜਾਗਣਾ, ਗੁਰੂ ਗੁਰੂ ਜਪਣ ਦਾ ਸਤਿਗੁਰੂ ਦਾਤਾ ਜੀ ਬਲ ਬਖਸ਼ਿਸ਼ ਕਰਨ। ਆਓ ਸਾਧ ਸੰਗਤ, ਮੈਂ ਬੇਨਤੀਆਂ ਕਰ ਰਿਹਾ ਸਾਂ। ਕਿਰਪਾਲ ਚੰਦ ਅਤੇ ਦਿਆਲ ਚੰਦ, ਇਹ ਦੋ ਰਾਜੇ ਆਪਸ ਦੇ ਵਿੱਚ ਸਲਾਹਾਂ ਕਰਕੇ ਰਾਜਨੀਤੀ ਦੇ ਤੌਰ ਤੇ ਰਾਜਨੀਤੀ ਖੇਡਦਿਆਂ ਇੱਕ ਥਾਲ ਦੇ ਅੰਦਰ ਇਹਨਾਂ ਨੇ ਕੁਝ ਮੋਹਰਾਂ ਰੱਖੀਆਂ, ਕੁਝ ਪਤਾਸੇ ਰੱਖੇ, ਗੁੜ ਦੀਆਂ ਰੋਟੀਆਂ ਰੱਖੀਆਂ, ਉੱਪਰ ਸੁੰਦਰ ਰੁਮਾਲ ਦੇ ਕੇ ਆਲਫ ਖਾਨ ਦੇ ਸਾਹਮਣੇ ਆ ਕੇ ਖੜੇ ਹੋ ਗਏ। ਕਹਿਣ ਲੱਗੇ, ਖਾਨ ਬਹਾਦਰ ਸਾਹਿਬ ਤੁਸੀਂ ਮਾਮਲਾ ਲੈਣ ਆਏ ਹੋ, ਤੁਸੀਂ ਲੈਣਾ, ਅਸੀਂ ਤਾਂ ਦੇਣਾ ਹੀ ਹੋਇਆ। ਤੁਹਾਡਾ ਜੀ ਆਇਆਂ ਨੂੰ, ਤੁਸੀਂ ਬੜਾ ਚੰਗਾ ਕੰਮ ਕੀਤਾ, ਪਰ ਇੱਕ ਤੁਹਾਡੇ ਵਾਸਤੇ ਚੰਗਾ ਕੰਮ ਅਸੀਂ ਵੀ ਕੀਤਾ। ਆਲਫ ਖਾਨ ਕਹਿਣ ਲੱਗੇ, ਕਿਹੜਾ ਚੰਗਾ ਕੰਮ ਕੀਤਾ? ਇਹ ਕਿਰਪਾਲ ਚੰਦ ਕਹਿਣ ਲੱਗਾ, ਖਾਨ ਬਹਾਦਰ ਸਾਹਿਬ ਅਸੀਂ ਸਾਰੇ 22 ਧਾਰ ਦੇ ਰਾਜਿਆਂ ਨੇ ਇੱਕ ਆਪਣੀ ਮੀਟਿੰਗ ਸੱਦੀ ਆ। ਉਸ ਮੀਟਿੰਗ ਦੇ ਅੰਦਰ ਅਸੀਂ ਸਾਰਿਆਂ ਨੇ ਭੀਮ ਚੰਦ ਨੂੰ ਆਪਣਾ ਸਰਦਾਰ ਬਣਾ ਲਿਆ ਤੇ ਸਰਦਾਰ ਬਣਾ ਕੇ ਸਾਰਾ 6 ਮਹੀਨੇ ਦਾ ਮਾਮਲਾ ਅਸੀਂ 22 ਜਣਿਆਂ ਨੇ ਭੀਮ ਚੰਦ ਦੇ ਕੋਲ ਜਮ੍ਹਾਂ ਕਰਵਾ ਦਿੱਤਾ। ਹੁਣ ਤੁਹਾਨੂੰ ਥਾਂ ਥਾਂ ਤੇ ਜਾਣ ਦੀ ਲੋੜ ਨਹੀਂ, ਉਹ ਇੰਨੇ ਥਾਵਾਂ ਤੇ ਜਾਣ ਦੀ ਲੋੜ ਨਹੀਂ, ਜਿਹੜਾ ਤੁਹਾਡਾ ਸਮਾਂ ਖਰਾਬ ਹੋਣਾ ਸੀ ਉਹ ਸਾਰਾ ਹੀ ਅਸੀਂ ਕਵਰ ਕਰ ਲਿਆ। ਤੇ ਆਲਮ ਖਾਨ ਬੜਾ ਖੁਸ਼ ਹੋਇਆ, ਕਹਿਣ ਲੱਗਾ ਆ ਤੇ ਬੜਾ ਚੰਗਾ ਕੰਮ ਕੀਤਾ। ਉਹ ਮੈਂ 22 ਰਿਆਸਤਾਂ ਦੇ ਅੰਦਰ 22 ਜਣਿਆਂ ਦੇ ਕੋਲ ਜਾਣਾ ਸੀ, ਕਿਸੇ ਨੂੰ ਪਿਆਰ ਦੇ ਨਾਲ ਮਨਾਉਣਾ ਸੀ ਤੇ ਕਿਸੇ ਨੂੰ ਤਲਵਾਰ ਦੇ ਨਾਲ ਮਨਾਉਣਾ ਸੀਗਾ। ਅੱਜ ਕੰਮ ਹੀ ਬੜਾ ਸੌਖਾ ਕੀਤਾ, ਮੈਂ ਇੱਕ ਥਾਂ ਤੋਂ ਮੋਟੀ ਰਕਮ ਲੈ ਕੇ ਵਾਪਸ ਚੱਲਦਾ ਬਣੂੰਗਾ। ਨਾ ਕਿਸੇ ਦੇ ਨਾਲ ਦਿਮਾਗ ਲਾਉਣ ਦੀ ਲੋੜ ਤੇ ਨਾ ਹੀ ਕਿਸੇ ਨੇ ਥਾਵਾਂ ਤੇ ਜਾ ਕੇ ਸਮਾਂ ਖਰਾਬ ਕਰਨ ਦੀ ਲੋੜ ਹੈ। ਸਾਧ ਸੰਗਤ, ਆਲਮ ਖਾਨ ਨੇ ਇੱਥੋਂ ਹੀ ਚਿੱਠੀ ਲਿਖੀ ਆ ਭੀਮ ਚੰਦ ਨੂੰ, ਭੀਮ ਚੰਦ ਨੂੰ ਚਿੱਠੀ ਲਿਖੀ ਹੈ। ਚਿੱਠੀ ਦੇ ਅੰਦਰ ਲਿਖਿਆ, ਭੀਮ ਚੰਦਾ 6 ਮਹੀਨੇ ਦਾ ਮਾਮਲਾ ਅਤੇ 22 ਰਿਆਸਤਾਂ ਦਾ ਮਾਮਲਾ ਤੇਰੇ ਕੋਲੇ ਪਿਆ, ਚੁੱਪ ਕਰਕੇ ਜਮ੍ਹਾਂ ਕਰਵਾ ਦੇ। ਜੇ ਜਮ੍ਹਾਂ ਨਹੀਂ ਕਰਵਾਉਣਾ ਤੇ ਸਾਡੇ ਨਾਲ ਜੰਗ ਕਰਨ ਵਾਸਤੇ ਤਿਆਰ ਹੋ ਜਾ, ਲੜਨ ਵਾਸਤੇ ਤਿਆਰ ਹੋ ਜਾ। ਤੇ ਜੇ ਜੰਗ ਵੀ ਨਹੀਂ ਕਰ ਸਕਦਾ ਲਿਖ ਕੇ ਦੇ ਦੇ, ਨਾ ਮੈਂ ਮਾਮਲਾ ਦੇ ਸਕਦਾ ਨਾ ਮੈਂ ਜੰਗ ਕਰ ਸਕਦਾ। ਆ ਜਿਹੜਾ ਤੁਸੀਂ ਹਿੰਦੂ ਰਾਜ ਕਾਇਮ ਕਰਕੇ ਬੈਠੇ ਹੋ, ਇਹ ਕਹਾਣੀ ਅਸੀਂ ਖਤਮ ਕਰ ਦੇਣੀ ਹੈ, ਇਸਲਾਮ ਦਾ ਝੰਡਾ ਝੁਲਾ ਦੇਣਾ ਹੈ। ਤੇ ਸਾਧ ਸੰਗਤ, ਜਦੋਂ ਭੀਮ ਚੰਦ ਨੇ ਚਿੱਠੀ ਪੜ੍ਹੀ ਨਾ, ਭੀਮ ਚੰਦ ਦੇ ਬੁੱਲਾਂ ਨੂੰ ਖੁਸ਼ਕੀ ਛਾ ਗਈ। ਇਹ ਕਹਿਣ ਲੱਗਾ, ਬੜਾ ਮਾੜਾ ਕੀਤਾ ਮੇਰੇ ਭਰਾਵਾਂ ਨੇ। ਉਹ ਜੇ ਮਾਮਲਾ ਲੈਣ ਆਇਆ ਹੀ ਸੀਗਾ, ਆਪਾਂ ਆਪਸ 'ਚ ਬਹਿ ਕੇ ਰਾਏ ਸਲਾਹ ਕਰਦੇ, ਆਪਸ 'ਚ ਬਹਿ ਕੇ ਗੱਲਬਾਤ ਕਰਦੇ, ਕੋਈ ਵਿਚਲਾ ਰਾਹ ਕੱਢ ਲੈਂਦੇ। ਪਰ ਮੇਰੇ ਆਪਣੇ ਭਰਾਵਾਂ ਨੇ ਬੜਾ ਮਾੜਾ ਕੀਤਾ। ਚਿੱਠੀ ਦੇ ਥੱਲੇ ਦਸਤਖਤ ਹੋਏ ਪਏ ਆ ਕਿਰਪਾਲ ਚੰਦ ਦੇ ਤੇ ਦਿਆਲ ਚੰਦ ਨੇ। ਹੁਣ ਭੀਮ ਚੰਦ ਨੇ ਬਾਕੀ ਦੇ 19 ਰਾਜਿਆਂ ਨੂੰ ਬੁਲਾਇਆ। ਸਾਧ ਸੰਗਤ, 2 ਰਾਜੇ ਇਹਦੇ ਖਿਲਾਫ
ਖਿਲਾਫ ਹੋ ਗਏ। ਇੱਕ ਇਹ ਆਪ ਤੇ 19 ਰਾਜਿਆਂ ਨੂੰ ਸੱਦ ਕੇ ਇੱਕ ਮੀਟਿੰਗ ਕੀਤੀ ਆ। ਕਹਿਣ ਲੱਗਾ ਭੀਮ ਚੰਦ ਵੀ ਮੇਰੇ ਭਰਾਵੋ ਮਿੱਤਰੋ ਤੁਸੀਂ ਮੇਰੇ ਕੋਲ ਕੋਈ ਪੈਸਾ ਜਮ੍ਹਾਂ ਕਰਵਾਇਆ? ਇਹ ਕਹਿਣ ਲੱਗੇ ਨਹੀਂ ਅਸੀਂ ਕੋਈ ਜਮ੍ਹਾਂ ਨਹੀਂ ਪੈਸਾ ਕਰਵਾਇਆ। ਇਹ ਕਹਿਣ ਲੱਗੇ ਕਿ ਤੁਸੀਂ ਮੇਰੇ ਕੋਲ ਕੋਈ ਮਾਮਲਾ ਜਮ੍ਹਾਂ ਕਰਵਾਇਆ? ਇਹ ਸਾਰੇ ਕਹਿੰਦੇ ਅਸੀਂ ਤੇਰੇ ਕੋਲ ਮਾਮਲਾ ਕੋਈ ਨਹੀਂ ਜਮ੍ਹਾਂ ਕਰਵਾਇਆ। ਕਹਿੰਦਾ ਆਲਮ ਖਾਨ ਦੀ ਚਿੱਠੀ ਆਈ ਆ, ਆਹ ਵੇਖ ਲਓ ਥੱਲੇ ਕਿਰਪਾਲ ਚੰਦ ਤੇ ਦਿਆਲ ਚੰਦ ਦੇ ਦਸਤਖਤ ਹੋਏ ਪਏ ਆ। ਇਹ ਕਹਿਣ ਲੱਗੇ ਸਾਰੇ ਵੀ ਕਹਿੰਦੇ ਨਹੀਂ ਗਲਤ ਗੱਲ ਹੈ, ਅਸੀਂ ਕੋਈ ਪੈਸਾ ਜਮ੍ਹਾਂ ਨਹੀਂ ਕਰਵਾਇਆ। ਕਿਰਪਾਲ ਚੰਦ ਅਤੇ ਦਿਆਲ ਚੰਦ ਇਹ ਝੂਠ ਬੋਲਦੇ ਆ, ਇਹ ਆਪਣੇ ਨਾਲ ਦਗਾ ਕਮਾਉਂਦੇ ਪਏ ਆ। ਫਿਰ ਭੀਮ ਚੰਦ ਨੇ ਆਖਿਆ ਮਾਮਲਾ ਦੇਣਾ ਤੇ ਪ੍ਰਿਥੀ ਚੰਦ ਡਡਵਾਲ ਰਿਆਸਤ ਦਾ ਵਿੱਚ ਬੈਠਾ ਬੜਾ ਸਿਆਣਾ ਰਾਜਾ ਕਹਿਣ ਲੱਗਾ ਭੀਮ ਚੰਦਾ ਮਾਮਲਾ ਕਿੱਥੋਂ ਦੇਣਾ ਹੈ? ਉਹ ਖਜ਼ਾਨਾ ਤੇ ਸਾਰਾ ਖਾਲੀ ਹੋਇਆ ਪਿਆ, ਪੱਲੇ ਫੋਟੀ ਕੋਡੀ ਨਹੀਂ। ਉਹ ਸਾਰਾ ਖਰਚਾ ਭੰਗਾਣੀ ਦੀ ਜੰਗ ਦੇ ਉੱਪਰ ਆ ਗਿਆ। ਉਹ ਕਾਹਦਾ ਅਸੀਂ 10ਵੇਂ ਗੁਰੂ ਦੇ ਨਾਲ ਲੜੇ, ਸਾਡੇ ਤਾਂ ਖਜ਼ਾਨੇ ਉਹ ਖਾਲੀ ਹੋਏ ਫਿਰਦੇ ਆ, ਉਹ ਸਾਡੀਆਂ ਫੌਜਾਂ ਤਕਰੀਬਨ ਸਾਰੀਆਂ ਮਾਰੀਆਂ ਗਈਆਂ, ਮਾਮਲਾ ਕਿੱਥੋਂ ਦੇਣਾ? ਤੇ ਕਹਿਣ ਲੱਗਾ ਫਿਰ ਜੰਗ ਵਾਸਤੇ ਵੰਗਾਰਿਆ ਜੰਗ ਕਰਨੀ ਆ। ਤੇ ਇਹ ਰਾਜੇ ਕਹਿਣ ਲੱਗੇ ਭੀਮ ਚੰਦਾ ਬੜੀ ਭਾਰੀ ਫੌਜ ਲੈ ਕੇ ਆਇਆ ਹੋਣਾ ਆਲਮ ਖਾਨ, ਤੇ 2 ਰਾਜੇ ਦੀਆਂ ਫੌਜਾਂ ਵੀ ਉਹਦੇ ਨਾਲ ਮਿਲ ਗਈਆਂ। ਉਹ ਜੰਗ ਕਿੱਥੋਂ ਕਰਨੀ ਆ? ਉਹ ਸਾਰਾ ਕੁਝ ਦਾ ਸਾਡਾ ਭੰਗਾਣੀ ਦੀ ਲੜਾਈ ਦੇ ਅੰਦਰ ਬਰਬਾਦ ਹੋ ਗਿਆ, ਤਬਾਹ ਹੋ ਗਿਆ। ਉਹ ਖਜ਼ਾਨੇ ਖਾਲੀ ਹੋ ਗਏ, ਫੌਜਾਂ ਸਾਡੀਆਂ ਮਾਰੀਆਂ ਗਈਆਂ, ਹਥਿਆਰ ਸਾਡੇ ਕੋਲ ਕੋਈ ਨਹੀਂ, ਅਸੀਂ ਜੰਗ ਕਾਹਦੇ ਨਾਲ ਕਰਨੀ ਆ? ਭੀਮ ਚੰਦ ਕਹਿਣ ਲੱਗਾ ਫਿਰ ਗ੍ਰਿਫਤਾਰੀਆਂ ਦੇ ਦਿੰਨੇ ਆ, ਮਾਮਲਾ ਵੀ ਨਹੀਂ ਜਮ੍ਹਾਂ ਕਰਾਉਣਾ, ਜੰਗ ਵੀ ਨਹੀਂ ਕਰ ਸਕਦੇ ਤੇ ਫਿਰ ਗ੍ਰਿਫਤਾਰੀਆਂ ਦੇ ਦਿਓ। ਤੇ ਸਾਧ ਸੰਗਤ ਇਹ ਸਾਰੇ ਆਪਸ ਦੇ ਵਿੱਚ ਰਾਜੇ ਕਹਿਣ ਲੱਗੇ ਭੀਮ ਚੰਦਾ ਜੇ ਗ੍ਰਿਫਤਾਰੀਆਂ ਦੇ ਦਿੱਤੀਆਂ ਨਾ, ਇਹਨਾਂ ਮੁਗਲਾਂ ਦੀਆਂ ਜੇਲ੍ਹਾਂ ਦੇ ਅੰਦਰ ਸੁੱਕ ਕੇ ਮਰਾਂਗੇ। ਉਹ ਸੁੱਕ ਕੇ ਮਰਾਂਗੇ, ਉਹ ਸੁੱਕ ਕੇ ਬੁਝਦਿਲਾਂ ਵਾਂਗ ਮਰਨ ਨਾਲੋਂ ਚੰਗਾ ਹੈ ਜਿੰਨੀਆਂ ਕੋ ਫੌਜਾਂ ਹੈਗੀਆਂ, ਜਿੰਨਾ ਕੋ ਸਾਡੇ ਅੰਦਰ ਦਮ ਆ, ਜੰਗ ਦੇ ਮੈਦਾਨ ਦੇ ਅੰਦਰ ਜੂਝ ਕੇ ਸੂਰਬੀਰਾਂ ਵਾਂਗ ਮਰਿਆ ਜਾਵੇ। ਲਓ ਸਾਧ ਸੰਗਤ ਆਲਮ ਖਾਨ ਨੂੰ ਵੰਗਾਰ ਪਾਈ ਆ। ਆਲਮ ਖਾਨ ਕਦੇ ਸੋਚ ਵੀ ਨਹੀਂ ਸੀ ਸਕਦਾ ਇਹ ਹਿੰਦੂ ਰਾਜੇ ਮੇਰੇ ਨਾਲ ਲੜਨ ਤੱਕ ਦੀ ਹਿੰਮਤ ਰੱਖਣਗੇ। ਹੁਸ਼ਿਆਰਪੁਰ ਤੋਂ 52 ਕਿਲੋਮੀਟਰ ਦੀ ਦੂਰੀ ਤੇ ਹਮੀਰਪੁਰ ਜ਼ਿਲ੍ਹੇ ਦਾ ਸ਼ਹਿਰ ਹੈ ਨਦੌਣ। ਅੱਜ ਕੱਲ ਸਾਧ ਸੰਗਤ ਬਿਆਸ ਦਰਿਆ ਦੇ ਬਿਲਕੁਲ ਕੰਢੇ ਦੇ ਉੱਤੇ ਨਦੌਣ ਸਾਹਿਬ ਗੁਰਦੁਆਰਾ ਬਣਿਆ ਹੋਇਆ, ਬੜਾ ਆਲੀਸ਼ਾਨ ਗੁਰਦੁਆਰਾ ਸਾਹਿਬ ਬਣਿਆ। ਉਸ ਨਦੌਣ ਦੀ ਧਰਤੀ ਤੇ ਆਲਮ ਖਾਨ ਅਤੇ 20 ਰਾਜਿਆਂ ਦਾ ਟਾਕਰਾ ਹੁੰਦਾ, ਸਾਰੀ ਦਿਹਾੜੀ ਜੰਗ ਹੁੰਦਾ ਰਿਹਾ, ਕੋਈ ਨਤੀਜਾ ਨਾ ਨਿਕਲਿਆ। ਜਦੋਂ ਆਖਰੀ ਕਿਰਨ ਡੁੱਬੀ ਨਾ ਸੂਰਜ ਦੀ, ਉਹਨਾਂ ਸਮਿਆਂ ਦੇ ਅੰਦਰ ਅੱਜ ਵਰਗੇ ਜੰਗ ਨਹੀਂ ਸੀ ਹੋਇਆ ਕਰਦੇ। ਅਸਲ ਦੇ ਵਿੱਚ ਅੱਜ ਜੰਗਾਂ ਨਹੀਂ ਹੋਇਆ ਕਰਦੀਆਂ, ਜੰਗਾਂ ਦੇ ਅਸੂਲ ਵੱਖਰੇ ਆ, ਲੜਾਈਆਂ ਦੇ ਅਸੂਲ ਵੱਖਰੇ ਆ। ਅੱਜ ਕੱਲ ਜਿਹੜੀ ਚੱਲਦੀ ਆ ਇਹ ਲੜਾਈ ਆ। ਅੱਜ ਕੱਲ ਬੰਬ ਬੜੇ ਆ ਗਏ ਸਾਧ ਸੰਗਤ, ਵੱਖਰੀਆਂ ਮਿਜ਼ਾਈਲਾਂ ਆ ਗਈਆਂ, ਇੱਕ ਮਿਜ਼ਾਈਲ ਮਾਰ ਦੋ ਤਾਂ ਪੂਰਾ ਦੇਸ਼ ਤਬਾਹ ਕੀਤਾ ਜਾ ਸਕਦਾ। ਉਹਨਾਂ ਸਮਿਆਂ ਦੇ ਅੰਦਰ ਐਸਾ ਨਹੀਂ ਹੋਇਆ ਕਰਦਾ ਸੀ। ਉਹ ਜੰਗਾਂ ਲੜੀਆਂ ਜਾਂਦੀਆਂ ਸਨ ਡੋਲਿਆਂ ਦੇ ਜ਼ੋਰ ਦੇ ਨਾਲ, ਜੰਗਾਂ ਲੜੀਆਂ ਜਾਂਦੀਆਂ ਸਨ ਬਹਾਦਰੀਆਂ ਦੇ ਨਾਲ। ਉਹ ਸਾਧ ਸੰਗਤ ਨੇਜੀਆਂ ਤਲਵਾਰਾਂ ਦੇ ਨਾਲ ਜੰਗਾਂ ਲੜੀਆਂ ਜਾਂਦੀਆਂ ਸਨ। ਸ਼ਾਮ ਦਾ ਵੇਲਾ ਜੰਗ ਬੰਦ ਹੋਈ, ਆਲਮ ਖਾਨ ਆਪਣੇ ਤੰਬੂਆਂ 'ਚ ਆ, 20 ਰਾਜੇ ਆਪਣੇ ਤੰਬੂਆਂ 'ਚ ਆ। ਭੀਮ ਚੰਦ ਕਹਿਣ ਲੱਗਾ ਆਪਣੇ ਸਾਰੇ ਬਾਕੀਆਂ ਭਰਾਵਾਂ ਨੂੰ, ਕਹਿਣ ਲੱਗਾ ਭਰਾਵੋ ਆਪਣੇ ਕੋਲ ਅੱਜ ਦੀ ਰਾਤ ਆ, ਉਹ ਜਿਹੜੀਆਂ ਮੜੀਆਂ ਮੋਟੀਆਂ ਫੌਜਾਂ ਸਾਡੇ ਕੋਲ ਬਚੀਆਂ ਸਨ ਬਹੁਤਾਂਤ ਗਿਣਤੀ ਦੇ ਅੰਦਰ ਜੰਗ ਦੇ ਮੈਦਾਨ 'ਚ ਮਾਰੀਆਂ ਗਈਆਂ। ਕੱਲ ਸਵੇਰ ਨੂੰ ਆਪਾਂ ਸਾਰਿਆਂ ਨੇ ਜੰਗ ਦੇ ਮੈਦਾਨ ਦੇ ਅੰਦਰ ਜੂਝਣਾ, ਆਪਾਂ ਮਾਰੇ ਜਾਣਾ। ਆਪਾਂ ਸਾਰੇ ਭਰਾ ਇਕੱਠੇ ਬੈਠੇ ਆ, ਹੱਸ ਲੋ ਖੇਡ ਲੋ, 4 ਗੱਲਾਂ ਕਰ ਲੋ। ਪ੍ਰਿਥੀ ਚੰਦ ਕਹਿਣ ਲੱਗਾ ਭੀਮ ਚੰਦਾ ਸਾਨੂੰ ਪਤਾ ਸਿਰ ਦੇ ਉੱਤੇ ਮੌਤ ਦੀ ਤਲਵਾਰ ਲਟਕਦੀ ਪਈ ਆ, ਸਵੇਰੇ ਅਸੀਂ ਸਾਰਿਆਂ ਨੇ ਮਾਰਿਆ ਜਾਣਾ, ਉਹ ਸਾਨੂੰ ਤਾਂ ਕੋਈ ਚੁਟਕਲੇ ਸੁਣਾਵੇ ਤਾਂ ਨਾ ਹਸਾਵੇ, ਤੂੰ ਕਿਹੜੀਆਂ ਗੱਲਾਂ ਕਰਦਾ ਹੈ? ਇਹ ਗੱਲਾਂ ਬਾਤਾਂ ਚੱਲਦੀਆਂ। ਇੱਥੇ ਸਾਧ ਸੰਗਤ ਵਿੱਚ ਬੈਠਾ ਭੀਮ ਚੰਦ ਦਾ ਵਜ਼ੀਰ, ਜਿਹਨੂੰ ਪੰਡਿਤ ਪ੍ਰੋਹਿਤ ਪਰਮਾਨੰਦ ਆਖਿਆ ਜਾਂਦਾ, ਪੰਮਾ ਪੰਡਿਤ ਦੇ ਨਾਲ ਮਸ਼ਹੂਰ ਹੈ। ਕਈ ਇਤਿਹਾਸਕਾਰਾਂ ਨੇ ਪੰਡਿਤ ਚਤਰੂ ਵੀ ਲਿਖਿਆ। ਸਾਧ ਸੰਗਤ ਪੰਮਾ ਪੰਡਿਤ ਕਹਿਣ ਲੱਗਾ ਭੀਮ ਚੰਦਾ ਤੂੰ ਹੱਲੇ ਵੀ ਜਿੱਤ ਸਕਦਾ। ਭੀਮ ਚੰਦ ਕਹਿਣ ਲੱਗਾ ਤੇਰਾ ਦਿਮਾਗ ਖਰਾਬ ਆ, ਕਹਿੰਦਾ ਨਾ ਮੇਰੇ ਕੋ ਫੌਜਾਂ, ਨਾ ਮੇਰੇ ਕੋ ਪੈਸਾ, ਨਾ ਮੇਰੇ ਕੋ ਹਥਿਆਰ, ਉਹ ਮੈਂ ਤਾਂ ਕੰਗਾਲ ਹੋਇਆ ਫਿਰਦਾ, ਉਹ ਮੈਂ ਕਿੱਦਾਂ ਜਿੱਤ ਸਕਦਾ? ਇਹ ਪੰਮਾ ਪੰਡਿਤ ਆਖਣ ਲੱਗਾ ਭੀਮ ਚੰਦਾ ਭਾਵੇਂ ਤੂੰ ਰਾਜਾ ਹੈ, ਭਾਵੇਂ ਮੇਰਾ ਮਾਲਕ ਆ, ਪਰ ਜਿੱਥੋਂ ਤੱਕ ਮੈਂ ਵੇਖਦਾ ਤੂੰ ਹੱਲੇ ਵੀ ਜਿੱਤ ਸਕਦਾ, ਤੇਰੀ ਨਿਗਾਹ ਕੰਮ ਨਹੀਂ ਕਰਨ ਡਈ। ਜਿੱਥੋਂ ਤੱਕ ਮੈਂ ਵੇਖਦਾ ਤੂੰ ਹੱਲੇ ਵੀ ਜਿੱਤ ਸਕਦਾ ਹੈ। ਭੀਮ ਚੰਦ ਕਹਿਣ ਲੱਗਾ ਉਹ ਕਿੱਦਾਂ? ਪੰਮਾ ਪੰਡਿਤ ਕਹਿਣ ਲੱਗਾ ਭੀਮ ਚੰਦਾ ਉਹ ਕਰ ਯਾਦ ਤੂੰ 10ਵੇਂ ਗੁਰੂ ਦਾ ਸਿੱਖ ਬਣ ਕੇ ਆਇਆ? ਕਹਿੰਦਾ ਹਾਂ ਸਿੱਖ ਬਣ ਕੇ ਆਇਆ। ਕਹਿੰਦਾ ਕਰ ਯਾਦ ਉਹ ਤੂੰ 10ਵੇਂ ਗੁਰੂ ਦੇ ਕੋਲੋਂ ਮਾਫੀ ਮੰਗ ਕੇ ਨਹੀਂ ਆਇਆ,
ਕਹਿੰਦਾ ਹਾਂ ਮੈਂ ਮਾਫੀ ਮੰਗ ਕੇ ਆਇਆ, ਗੁਰੂ ਦਾ ਸਿੱਖ ਬਣ ਕੇ ਆਇਆ, ਗੁਰੂ ਦੇ ਚਰਨਾਂ ਨੂੰ ਪਿਆਰ ਕਰਦਾ। ਤੇ ਪੰਮਾ ਪੰਡਤ ਕਹਿਣ ਲੱਗਾ ਭੀਮ ਚੰਦਾ ਫਿਰ ਕਰ ਅਰਦਾਸ, ਕਿਤੇ ਸੱਚੇ ਮਨੋਂ ਗੁਰੂ ਦੇ ਚਰਨਾਂ ਤੇ ਅਰਦਾਸ ਕਰਦੇ ਨਾ ਤੇ ਯਾਦ ਰੱਖੀ ਉਹ ਜੇ 10ਵੇਂ ਪਾਤਸ਼ਾਹ ਨਦੌਣ ਦੀ ਧਰਤੀ ਤੇ ਚੱਲ ਕੇ ਨਾ ਵੀ ਹੋਣ, ਆਨੰਦਪੁਰ ਸਾਹਿਬ ਖੜੇ ਹੋ ਕੇ ਨਦੌਣ ਵਾਲੇ ਪਾਸੇ ਮੂੰਹ ਕਰਕੇ ਸੱਜਾ ਹੱਥ ਚੱਕ ਕੇ ਕਹਿ ਦੇਣਾ ਜਾ ਭੀਮ ਚੰਦਾ ਤੇਰੀ ਜਿੱਤ ਹੋਈ। ਤੇ ਯਾਦ ਰੱਖੀ ਦੁਨੀਆ ਦੀ ਕੋਈ ਤਾਕਤ ਭੀਮ ਚੰਦਾ ਤੈਨੂੰ ਹਰਾ ਨਹੀਂ ਸਕਦੀ। ਮੈਂ ਜਾਣਾ ਉਸ ਦੁਆਰੇ ਦੇ ਉੱਤੇ, ਉਸ ਘਰ ਕੀਰਤਨ ਹੁੰਦਾ ਹੈ, ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖਤੀ ਭਜ ਖਲੇ, ਸਭੋ ਭਜੇ ਆਸਰਾ ਚੁੱਕੇ ਸਭ ਅਸਰਾਓ, ਚਿਤ ਆਵੇ ਉਸ ਪਰ ਬ੍ਰਹਮ ਤਾਂ ਲੱਗੇ ਨਾ ਤੱਤੀ ਵਾਓ। ਕਹਿਣ ਲੱਗੇ ਭੀਮ ਚੰਦਾ ਕਰ ਅਰਦਾਸ। ਇਹ ਭੀਮ ਚੰਦ ਨੇ ਤਾਂ ਬੋਲਣਾ ਸੀ, ਬਾਕੀ ਦੇ ਜਿਹੜੇ ਰਾਜੇ ਸੀ ਉਹ ਪਹਿਲਾਂ ਹੀ ਬੋਲ ਉੱਠੇ। ਕਹਿਣ ਲੱਗੇ ਭੀਮ ਚੰਦਾ ਤੇਰੇ ਮੰਤਰੀ ਦੀ ਸਲਾਹ ਵਧੀਆ। ਕਹਿਣ ਲੱਗੇ ਲਿਖ ਚਿੱਠੀ, ਅਸੀਂ ਵੀ ਥੱਲੇ ਦਸਤਖਤ ਕਰਾਂਗੇ, ਅਸੀਂ ਵੀ ਥੱਲੇ ਸਾਈਨ ਕਰਾਂਗੇ। ਦਾਤਾ ਜਿੱਦਾਂ ਭੀਮ ਚੰਦ ਤੇਰੇ ਚਰਨਾਂ ਤੇ ਮੱਥਾ ਟੇਕਣ ਆਇਆ ਸੀ, ਤੇਰੇ ਤੋਂ ਮਾਫੀਆਂ ਮੰਗ ਕੇ ਆਇਆ ਸੀ ਨਾ, ਉਦਾਂ ਅਸੀਂ ਸਾਰੇ ਤੇਰੇ ਚਰਨਾਂ ਤੋਂ ਮਾਫੀਆਂ ਮੰਗਣ ਆਵਾਂਗੇ, ਉਹ ਤੇਰੇ ਸਿੱਖ ਬਣਨ ਆਵਾਂਗੇ, ਸਾਡੀ ਮਦਦ ਕਰੋ। ਆ ਤੱਕੋ ਸਾਧ ਸੰਗਤ 20 ਮੁੱਖ ਮੰਤਰੀ 20 ਰਾਜੇ ਇਸ ਗੁਰੂ ਦੇ ਚਰਨਾਂ ਤੇ ਝੁਕਣ ਲੱਗੇ ਆ। ਇਹ ਉਹ ਰਾਜੇ ਆ ਜਿਨ੍ਹਾਂ ਨੂੰ 20 ਰਿਆਸਤਾਂ ਦੇ ਲੋਕ ਜਿਨ੍ਹਾਂ ਦੀ ਰੱਬ ਵਾਂਗ ਪੂਜਾ ਕਰਿਆ ਕਰਦੇ ਸਨ, ਜਿਨ੍ਹਾਂ ਨੂੰ ਆਪਣਾ ਸਰ ਅੰਨਦਾਤਾ ਮੰਨਿਆ ਕਰਦੇ ਸਨ, ਉਹ ਜਿਨ੍ਹਾਂ ਨੂੰ ਲੋਕ ਦੁਨੀਆ ਪ੍ਰਜਾ ਅੰਨਦਾਤਾ ਕਦੇ ਮੰਨਦੀ ਸੀ ਨਾ, ਉਹਨਾਂ ਲੋਕਾਂ ਨੇ ਸਾਡੇ ਇਸ ਗੁਰੂ ਦੇ ਚਰਨਾਂ ਤੇ ਮੱਥਾ ਟੇਕਿਆ। ਪਿਛਲੇ ਇਤਿਹਾਸ ਦੇ ਉੱਤੇ ਧਿਆਨ ਮਾਰ ਕੇ ਵੇਖ ਲਓ ਸਾਧ ਸੰਗਤ, ਉਹ ਜਿਨ੍ਹਾਂ ਆਪਣੇ ਆਪ ਨੂੰ ਪੀਰ ਔਲੀਏ ਬਲੀ ਕਹਾਉਂਦੇ ਸਨ, ਜਿਨ੍ਹਾਂ ਨੂੰ ਲੋਕ ਪੂਜਾ ਕਰਦੇ ਸਨ, ਉਹਨਾਂ ਸਾਰਿਆਂ ਲੋਕਾਂ ਨੇ ਇਸ ਗੁਰੂ ਦੇ ਚਰਨਾਂ ਤੇ ਆ ਕੇ ਮੱਥਾ ਟੇਕਿਆ। ਪੀਰ ਹਮਜ਼ਾ ਗੌਸ ਪੂਰਾ ਇਲਾਕਾ ਪੂਜਾ ਕਰਦਾ ਸੀ ਪੀਰ ਹਮਜ਼ਾ ਗੌਸ ਨੂੰ, ਪਰ ਪੀਰ ਹਮਜ਼ਾ ਗੌਸ ਨੇ ਗੁਰੂ ਨਾਨਕ ਦੇ ਚਰਨਾਂ ਤੇ ਮੱਥਾ ਟੇਕਿਆ। ਪੰਡਤ ਸ਼ਿਵ ਦੱਤ ਪਟਨਾ ਸਾਹਿਬ ਦੀ ਧਰਤੀ ਤੇ ਰਹਿੰਦਾ ਸੀ, 84 ਸਾਲ ਦੀ ਉਮਰ ਸੀਗੀ। ਤੇ ਜਦੋਂ 4 ਸਾਲ ਗੁਰੂ ਗੋਬਿੰਦ ਰਾਏ ਮਹਾਰਾਜ ਜੀ ਦੇ ਦਰਸ਼ਨ ਕੀਤੇ, 84 ਸਾਲ ਦਾ ਸਿਰ 4 ਸਾਲ ਦੇ ਕਦਮਾਂ ਦੇ ਉੱਪਰ ਝੁਕ ਗਿਆ ਸੀ। ਅਸਲ ਦੇ ਵਿੱਚ ਸਾਧ ਸੰਗਤ 4 ਸਾਲਾਂ ਦੀ ਉਮਰ ਸੀਗੀ ਕਲਗੀ ਵਾਲੇ ਪਾਤਸ਼ਾਹ ਜੀ ਦੀ। ਜਦੋਂ 84 ਸਾਲ ਦਾ ਪੰਡਤ ਸ਼ਿਵ ਦੱਤ ਚਰਨਾਂ ਤੇ ਝੁਕਿਆ, ਉਮਰ ਨਾ ਤੱਕਿਆ ਜੇ, ਕਲਗੀ ਵਾਲੇ ਪਾਤਸ਼ਾਹ ਜੀ ਦੀ ਉਮਰ ਨਾ ਤੱਕਿਆ ਜੇ, ਹਿਰਦੇ ਦੇ ਅੰਦਰ ਜਿਹੜੀ ਰੱਬ ਦੀ ਜੋਤ ਟਿਕੀ ਹੋਈ ਆ, ਉਹ ਜੋਤ ਦੇ ਉੱਤੇ ਧਿਆਨ ਦਿਆ ਦੇ, ਉਸ ਜੋਤ ਨੂੰ ਮੱਥਾ ਟੇਕਿਆ। ਪੰਡਤ ਸ਼ਿਵ ਦੱਤ ਉਹ ਹੈ ਜਿਹਨੂੰ ਪੂਰੇ ਪਟਨੇ ਦੇ ਲੋਕ ਪੂਜਿਆ ਕਰਦੇ ਸਨ। ਪੀਰ ਬੁੱਧੂ ਸ਼ਾਹ, ਉਹ ਪੀਰ ਬੁੱਧੂ ਸ਼ਾਹ ਨੂੰ ਪੂਰਾ ਇਲਾਕਾ ਪੂਰਾ ਜ਼ਮਾਨਾ ਪੂਜਿਆ ਕਰਦਾ ਸੀਗਾ। ਪੀਰ ਬੁੱਧੂ ਸ਼ਾਹ ਨੇ ਇਸ ਗੁਰੂ ਦੇ ਚਰਨਾਂ ਦੇ ਨਾਲ ਪਿਆਰ ਕੀਤਾ, ਗੁਰੂ ਦੇ ਚਰਨਾਂ ਦੇ ਪਿਆਰ ਕਰਕੇ ਆਪਣੇ ਪੁੱਤਰ ਵੀ ਵਾਰ ਦਿੱਤੇ ਗੁਰੂ ਦੇ ਉੱਪਰੋਂ। ਸਾਧ ਸੰਗਤ ਕਹਿਣ ਦਾ ਭਾਵ, ਉਹ ਜਿਨ੍ਹਾਂ ਲੋਕਾਂ ਨੂੰ ਉਹ ਪੂਰੀ ਦੁਨੀਆ ਪੂਜਿਆ ਕਰਦੀ ਸੀ, ਉਹ ਪੂਰੀ ਦੁਨੀਆ ਪੂਜਿਆ ਕਰਦੀ ਸੀ, ਉਹਨਾਂ ਲੋਕਾਂ ਨੇ ਇਸ ਗੁਰੂ ਨੂੰ ਮੱਥਾ ਟੇਕਿਆ। ਤੇ ਇਸ ਗੁਰੂ ਨਾਨਕ ਨਾਮ ਲੈਵਾ ਜਿਹੜੇ ਸਿੱਖਿਆ ਨਾ, ਜੇ ਉਹ ਕਿਤੇ ਪੂਰਨ ਤੌਰ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਜਣ ਲੱਗ ਜਾਣ, ਗੱਲ ਵਿਚਾਰਨ ਵਾਲੀ ਬਣ ਜਾਂਦੀ ਹੈ। ਮੈਂ ਪਹਿਲਾਂ ਬੇਨਤੀ ਕੀਤੀ ਸੀਗੀ ਨਾ ਸਾਧ ਸੰਗਤ, ਪਹਿਲਾਂ ਬੇਨਤੀ ਕੀਤੀ ਹੈ ਜੇ ਸਰੀਰ ਕਰਕੇ ਇੱਥੇ ਬੈਠੇ ਆ ਤੇ ਆਪਾਂ ਸੁਰਤ ਕਰਕੇ ਵੀ ਇੱਥੇ ਬੈਠੇ ਰਹੀਏ। ਖਿਮਾ ਕਰਿਆ ਜੇ ਅੱਜ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਜਦੋਂ ਸਿੱਧਾ ਨੇ ਸਵਾਲ ਕੀਤਾ ਨਾ, ਬਾਬਾ ਤੇਰਾ ਕਵਣ ਕਰੂ ਜਿਸਕਾ ਤੂੰ ਚੇਲਾ, ਵੀ ਅਸੀਂ ਤਾਂ ਸਾਰੇ ਤੇਰੇ ਚਰਨਾਂ ਤੇ ਝੁਕ ਗਏ ਆ, ਤੇਰੇ ਚੇਲੇ ਬਣ ਗਏ ਆ, ਤੈਨੂੰ ਗੁਰੂ ਮੰਨ ਲਿਆ, ਪਰ ਬਾਬਾ ਤੇਰਾ ਗੁਰੂ ਕੌਣ ਹੈ ਜਿਹਨੂੰ ਤੂੰ ਪੂਜਦਾ? ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਖਿਆ ਸੀ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤੇ ਖਿਮਾ ਕਰਿਆ ਜੇ ਅੱਜ ਸਾਧ ਸੰਗਤ ਜਿਹੜਾ ਸਾਡਾ ਸਰੀਰ ਹੈ ਨਾ, ਉਹ ਤਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੇਲਾ ਬਣੀ ਹੋਈ ਆ, ਆਪਾਂ ਆ ਜਾਂਦੇ ਆ, ਮੱਥਾ ਟੇਕ ਲੈਂਦੇ ਆ, ਪਰ ਖਿਮਾ ਕਰਿਆ ਜੇ ਜਿਹੜੀ ਸੁਰਤ ਆ ਨਾ, ਉਹ ਅੱਜ ਵੀ ਕਦੀ ਕਿਸੇ ਬਾਬਿਆਂ ਦੇ ਚਰਨਾਂ ਤੇ ਟਿਕੀ ਹੋਈ ਆ ਤੇ ਕਦੇ ਕਿਸੇ ਬਾਬਿਆਂ ਦੇ ਚਰਨਾਂ ਤੇ ਟਿਕੀ ਹੋਈ ਆ। ਅੱਜ ਵੀ ਸਾਧ ਸੰਗਤ ਜਿਹੜੇ ਗੁਰੂ ਨਾਨਕ ਨਾਮ ਲੈਵਾ ਸਿੱਖ ਆ ਨਾ, ਅੱਜ ਵੀ ਖਿਮਾ ਕਰਿਆ ਜੇ ਗੱਲ ਕੋੜੀ ਆ, ਪਰ ਗੁਰੂ ਦਾ ਢਾਡੀਆਂ ਮੈਂ ਕਹਿ ਦੇਣੀ ਆ। ਅੱਜ ਵੀ ਸਾਧ ਸੰਗਤ ਨਿੱਕੇ ਨਿੱਕੇ ਡੋਲੂਆਂ 'ਚ ਸਰੋਂ ਦਾ ਤੇਲ ਪਾ ਕੇ ਕਬਰਾਂ ਦੇ ਉੱਤੇ ਮੱਥਾ ਟੇਕੇ ਦੇਖੇ ਜਾ ਸਕਦੇ ਆ। ਅੱਜ ਵੀ ਸਾਧ ਸੰਗਤ ਪਿੰਡ ਤੋਂ ਬਾਹਰ ਮੜੀਆਂ ਬਣੀਆਂ ਹੋਈਆਂ, ਮੜੀਆਂ ਦੇ ਉੱਤੇ ਨੱਕ ਰਗੜਦੇ ਵੇਖੇ ਜਾ ਸਕਦੇ ਆ। ਕਦੀ ਕਿਸੇ ਬਾਬੇ ਦੇ ਡੇਰੇ ਤੇ ਜਾ ਕੇ ਉਹਨਾਂ ਦੇ ਪੈਰ ਘੁੱਟਦੇ ਦੇਖੇ ਜਾ ਸਕਦੇ, ਕਦੇ ਕਿਸੇ ਬਾਬੇ ਦੇ। ਤੇ ਫਿਰ ਅਸੀਂ ਗੁਰੂ ਦੇ ਕੋਲ ਆ ਕੇ ਕਹਿੰਦੇ ਆ ਦਾਤਿਆ ਘਰ ਤਾਂ ਤੇਰਾ ਸਭ ਕੁਝ ਹੈ, ਜਿਸ ਦੇ ਸੋ ਪਾਵੇ। ਤੇ ਜੇ ਇਸ ਗੁਰੂ ਦੇ ਘਰ ਦੇ ਵਿੱਚ ਸਾਰਾ ਕੁਝ ਹੀ ਹੈ, ਫਿਰ ਕਿਹੜੀ ਗੱਲੋਂ ਐਵੇਂ ਥਾਂ ਥਾਂ ਤੇ ਠੇਡੇ ਖਾਂਦੇ ਫਿਰਦੇ ਆ? ਕਰਨੀ ਵਾਲਾ ਅਸੀਂ ਬਾਬੇ ਦੇ ਚਰਨਾਂ ਤੇ ਜਾਈਦਾ, ਜਦੋਂ ਤੱਕ ਬਾਬਾ ਨਾ ਆਖੇ ਅਸੀਂ ਵਾਪਸ ਨਹੀਂ ਆਈਦਾ। ਤੇ ਸਾਧ ਸੰਗਤ ਸਾਡਾ ਗੁਰੂ ਰੋਜ਼ ਹੀ ਸਪੀਕਰਾਂ 'ਚ ਆਖਦਾ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੇ ਦੱਸੋ ਇਸ ਗੁਰੂ ਨੇ ਤਾਂ
ਪਤਾ ਨਹੀਂ ਸਦੀਆਂ ਤੋਂ 550 ਸਾਲਾਂ ਤੋਂ ਸਾਧ ਸੰਗਤ 550 ਸਾਲ ਦੀ ਉਮਰ ਹੈ ਸਿੱਖ ਧਰਮ ਦੀ। 550 ਸਾਲਾਂ ਤੋਂ ਰੋਜ਼ ਹੀ ਗੁਰੂ ਕਹਿੰਦਾ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ। ਤੇ ਇਸ ਗੁਰੂ ਦੀ ਗੱਲ ਦੱਸੋ ਕਿੰਨੀ ਕੁ ਮੰਨੀ ਹੈ ਆਪਾਂ? ਕਿੰਨੇ ਕੁ ਸਰੀਰ ਨੇ ਜਿਹੜੇ ਸਵੇਰੇ ਸ਼ਾਮ ਆ ਕੇ ਗੁਰੂ ਘਰ ਬਹਿੰਦੇ ਆ? ਕਈ ਥਾਵਾਂ ਤੇ ਤਾਂ ਸਾਧ ਸੰਗਤ ਮੈਨੂੰ ਤੁਹਾਡੇ ਪਿੰਡ ਦੇ ਮਾਹੌਲ ਦਾ ਪਤਾ ਨਹੀਂ, ਪਰ ਬਹੁਤਾਤ ਪਿੰਡਾਂ ਦੇ ਅੰਦਰ ਗ੍ਰੰਥੀ ਸਿੰਘ ਸਵੇਰੇ ਸ਼ਾਮ ਇਕੱਲੇ ਹੀ ਭੋਗ ਪਾ ਕੇ ਚਲੇ ਜਾਂਦੇ ਆ। ਬਹੁਤ ਵਿਰਲੇ ਸਰੀਰ ਹੁੰਦੇ ਆ ਜਿਹੜੇ ਗੁਰੂ ਘਰ ਦੇ ਵਿੱਚ ਆਉਂਦੇ ਆ। ਸੋ ਆਓ ਸਾਧ ਸੰਗਤ ਇਸ ਗੁਰੂ ਦੇ ਨਾਲ ਸਾਡਾ ਪਿਆਰ ਬਣੇ, ਇਸ ਗੁਰੂ ਦੇ ਚਰਨਾਂ ਦੇ ਅਸੀਂ ਭੋਰੇ ਕਿਤੇ ਬਣ ਜਾਈਏ ਤਾਂ ਸਾਡੇ ਪ੍ਰਕਾਸ਼ ਦਿਹਾੜੇ ਮਨਾਏ, ਨਗਰ ਕੀਰਤਨ ਸਜਾਏ, ਸਫਲੇ ਹੋ ਜਾਣੇ ਆ। ਰਾਤ ਦੇ ਹਨੇਰੇ 'ਚ ਤੁਰਿਆ ਜਾਵੇ ਨਾ, ਉਹ ਠੇਡਾ ਖਾ ਕੇ ਡਿੱਗ ਜਾਵੇ ਤੇ ਆਪਾਂ ਕਵਾਂਗੇ ਜੀ ਕੋਈ ਗੱਲ ਨਹੀਂ, ਪਤਾ ਨਹੀਂ ਲੱਗਾ, ਹਨੇਰਾ ਸੀਗਾ, ਪਤਾ ਨਹੀਂ ਲੱਗਾ, ਡਿੱਗ ਗਿਆ ਹੋਣਾ। ਤੇ ਜੇ ਉਹੀ ਬੰਦਾ ਦਿਨ ਦੀ ਰੋਸ਼ਨੀ ਦੇ ਅੰਦਰ ਠੇਡਾ ਖਾ ਕੇ ਡਿੱਗ ਜਾਏ ਨਾ, ਆਪਾਂ ਕਹਾਂਗੇ ਵੀ ਅੰਨਾ ਹੋਇਆ। ਉਹ ਇੰਨੀ ਸਾਰੀ ਰੋਸ਼ਨੀਆਂ ਦਿਨੇ ਤੁਰਿਆ ਜਾਂਦਾ, ਪੱਥਰ ਨਹੀਂ ਇਹਨੂੰ ਦਿਸਿਆ, ਠੇਡਾ ਖਾ ਕੇ ਡਿੱਗ ਗਿਆ। ਕਬੀਰ ਮਨ ਜਾਣੇ ਸਭ ਬਾਤ, ਜਾਣਤ ਹੀ ਓਗਨ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੋਏ ਪਰੈ। ਹੱਥਾਂ ਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਹੈ, ਹੱਥਾਂ ਦੇ ਵਿੱਚ ਗੁਟਕਾ ਸਾਹਿਬ ਹੈ। ਜੇ ਹੱਥਾਂ ਦੇ ਵਿੱਚ ਗੁਰਬਾਣੀ ਦੀ ਰੋਸ਼ਨੀ ਹੈ ਨਾ, ਤੇ ਆਓ ਸਾਧ ਸੰਗਤ ਇਸ ਗੁਰਬਾਣੀ ਦੀ ਰੋਸ਼ਨੀ ਦੇ ਅੰਦਰ ਐਵੇਂ ਨਾ ਇੱਧਰ ਉੱਧਰ ਆਪਾਂ ਠੇਡੇ ਖਾਂਦੇ ਫਿਰੀਏ। ਇਸ ਗੁਰੂ ਦੇ ਨਾਲ ਚਰਨਾਂ ਦੇ ਨਾਲ ਸਾਡੀ ਪ੍ਰੀਤ ਬਣੇ, ਇਸ ਗੁਰੂ ਦੇ ਚਰਨਾਂ ਦੇ ਨਾਲ ਸਾਡਾ ਪਿਆਰ ਬਣੇ। 20 ਰਾਜਿਆਂ ਦੀ ਗੱਲ ਕਰ ਰਿਹਾ। 20 ਰਾਜੇ ਕਹਿਣ ਲੱਗੇ ਅਸੀਂ ਵੀ ਅਰਦਾਸ ਕਰਾਂਗੇ। ਅਰਦਾਸ ਸਾਧ ਸੰਗਤ ਬਿਰਥੀ ਕਦੇ ਨਾ ਹੋਵੇ। ਜਨ ਕੀ ਅਰਦਾਸ, ਅਰਦਾਸ ਸਦਾ ਉਹ ਪੂਰੀ ਹੁੰਦੀ ਹੈ ਜਿਹੜੀ ਜਨ ਬਣ ਕੇ ਅਰਦਾਸ ਕੀਤੀ ਜਾਏ, ਜਿਹੜੀ ਭਾਵਨਾ ਬਣਾ ਕੇ ਅਰਦਾਸ ਕੀਤੀ ਜਾਏ। ਜੇ ਸ਼ੰਕੇ ਲੈ ਕੇ ਅਰਦਾਸ ਕਰੋਗੇ ਨਾ, ਜੇ ਸ਼ੰਕੇ ਲੈ ਕੇ ਇਸ ਗੁਰੂ ਦੇ ਚਰਨਾਂ ਤੇ ਆਓਗੇ, ਜਿੰਨੇ ਮਰਜੀ ਡੰਡੋਤਾਂ ਕਰ ਲੋ, ਜਿੰਨੇ ਮਰਜੀ ਨੱਕ ਰਗੜ ਲੋ, ਕਿਤੇ ਢੋਈ ਨਹੀਂ ਜੀ ਮਿਲਣੀ। ਸੰਗਤ ਇਹ ਗੁਰੂ ਐਸਾ ਹੈ, ਜੇ ਭਾਵਨਾ ਬਣਾ ਕੇ ਕਿਤੇ ਅਰਦਾਸ ਕਰੋਗੇ ਨਾ, ਉਸ ਜੇ ਜਨ ਬਣ ਕੇ ਅਰਦਾਸ ਕਰੋਗੇ, ਅਰਦਾਸ ਗੁਰੀ ਪੂਰੀ ਨਾ ਕਰੇ, ਐਸਾ ਕਦੀ ਹੋ ਹੀ ਨਹੀਂ ਸਕਦਾ। ਸਵਾਲ ਤੇ ਇਹ ਹੈ ਵੀ ਜੇ ਅਰਦਾਸ ਕਰਨੀ ਹੈ ਨਾ, ਉਹ ਭਾਵਨਾ ਬਣਾ ਕੇ ਕਿਤੇ ਅਰਦਾਸ ਕਰੋ। ਆਓ ਮੈਂ ਬੇਨਤੀ ਕਰ ਰਿਹਾ ਸਾਂ, ਇਹ 20 ਰਾਜੇ ਕਹਿਣ ਲੱਗੇ ਲਿਖ ਚਿੱਠੀ ਭੀਮ ਚੰਦਾ, ਉਹ ਅਸੀਂ ਵੀ ਥੱਲੇ ਦਸਤਖਤ ਕਰਾਂਗੇ, ਅਸੀਂ ਵੀ ਤੇਰੇ ਨਾਲ ਗੁਰੂ ਦੇ ਚਰਨਾਂ ਤੇ ਮੱਥਾ ਟੇਕਣ ਜਾਵਾਂਗੇ, ਅਸੀਂ ਵੀ ਗੁਰੂ ਦੇ ਸਿੱਖ ਬਣਾਂਗੇ। ਹੁਣ ਸਾਧ ਸੰਗਤ ਚਿੱਠੀ ਲਿਖੀ ਗਈ ਆ, 20 ਰਾਜਿਆਂ ਨੇ ਥੱਲੇ ਦਸਤਖਤ ਕੀਤੇ ਆ, ਤੇ ਭੀਮ ਚੰਦ ਕਹਿਣ ਲੱਗਾ ਪੰਮਿਆ ਉਹ ਜਿਹੜਾ ਬੋਲੂ ਉਹੀ ਕੁੰਡਾ ਖੋਲੂ, ਹੁਣ ਤੂੰ ਹੀ ਲੈ ਕੇ ਜਾ ਚਿੱਠੀ ਗੁਰੂ ਦੇ ਚਰਨਾਂ ਤੇ। ਲੋ ਸਾਧ ਸੰਗਤ ਰਾਤ ਦਾ ਵੇਲਾ ਹੋਇਆ, ਘੋੜੇ ਤੇ ਅਸਵਾਰ ਪੰਮਾ ਪੰਡਤ ਮੰਜ਼ਲਾਂ ਨੂੰ ਚੀਰਦਾ, ਪਹੂ ਫਟਾਲੇ ਹੋਣ ਤੋਂ ਪਹਿਲਾਂ ਆਨੰਦਾਂ ਦੀ ਪੂਰੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚਿਆ। ਤੇ ਸਾਧ ਸੰਗਤ ਜਦੋਂ ਦਰਬਾਰ ਦੇ ਵਿੱਚ ਆਇਆ ਨਾ, ਕਲਗੀ ਵਾਲੇ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ, ਬੜੇ ਭਾਵਨਾ ਵਾਲੇ ਸਿੱਖ ਬੈਠੇ ਆ। ਜਦੋਂ ਦਰਬਾਰ ਦੇ ਅੰਦਰ ਆਇਆ, ਇੱਕ ਗੱਲ ਆਖਾਂ, ਜਿਹੜਾ ਪੰਮਾ ਪੰਡਤ ਹੈ ਨਾ, ਇਹ ਬੜੇ ਲੰਬੇ ਸਮੇਂ ਤੋਂ ਗੁਰੂ ਦੇ ਚਰਨਾਂ ਦਾ ਭੋਰਾ, ਇਹ ਗੁਰੂ ਦੇ ਚਰਨਾਂ ਤੇ ਅਕਸਰ ਆਇਆ ਜਾਇਆ ਕਰਦਾ ਸੀਗਾ। ਬਹੁਤ ਲੰਬੇ ਸਮੇਂ ਤੋਂ ਇਹ ਗੁਰੂ ਘਰ ਦੇ ਨਾਲ ਜੁੜਿਆ ਹੋਇਆ। ਜਦੋਂ ਦਰਬਾਰ ਦੇ ਅੰਦਰ ਆਇਆ, ਕਲਗੀ ਵਾਲੇ ਪਾਤਸ਼ਾਹ ਕਹਿਣ ਲੱਗੇ ਪੰਮਿਆ ਹੋਰ ਸੁਣਾ, ਕਿੱਦਾਂ ਆਉਣਾ ਹੋਇਆ, ਠੀਕ ਠਾਕ? ਇਹ ਕਹਿਣ ਲੱਗਾ ਦਾਤਾ ਮਤਲਬੀ ਦੁਨੀਆ, ਮਤਲਬ ਨੂੰ ਹੀ ਆ ਹੁੰਦਾ, ਉਦਾਂ ਕਿੱਥੇ ਆ ਹੁੰਦਾ। ਕਹਿਣ ਲੱਗਾ ਦਾਤਾ ਮਤਲਬੀ ਦੁਨੀਆ, ਮਤਲਬੀ ਲੋਕ, ਹਾਂ ਮਤਲਬ ਨੂੰ ਆ ਹੁੰਦਾ, ਉਦਾਂ ਕਿੱਥੇ ਆ ਹੁੰਦਾ। ਸੱਚੀ ਗੱਲ ਹੈ ਸਾਧ ਸੰਗਤ, ਅੱਜ ਵੀ ਮੇਰੇ ਵਰਗਿਆਂ ਦੀ ਭਾਵਨਾ ਇਦਾਂ ਦੀ ਆ, ਜਦੋਂ ਕਿਤੇ ਮਤਲਬ ਹੋਵੇ ਨਾ ਗੁਰੂ ਚੇਤੇ ਆ ਜਾਂਦਾ ਹੈ। ਉਦੋਂ ਗੁਰੂ ਨੂੰ ਕਹੀਦਾ ਦਾਤਾ ਹੁਣ ਤੇਰੀ ਬਸ ਓਟ ਆ, ਤੂੰ ਚਾਹਵੇਂ ਤਾਂ ਅਸੀਂ ਸੁਖਾਲੇ ਹੋ ਸਕਦੇ ਆ, ਤੇ ਖਿਮਾ ਕਰਿਆ ਜੇ ਕਿਤੇ 4 ਦਿਨ ਸੁੱਖ ਦੇ ਆ ਜਾਣ ਤਾਂ ਗੁਰੂ ਵੀ ਭੁੱਲ ਜਾਂਦਾ ਹੈ। ਅੱਜ ਸਾਧ ਸੰਗਤ ਗੁਰੂ ਦੇ ਕੋਲ ਜਦੋਂ ਖੜ ਕੇ ਅਸੀਂ ਮੰਗਦੇ ਆ ਨਾ, ਮੰਗਣ ਵਾਲੀਆਂ ਲਿਸਟਾਂ ਸਾਡੀਆਂ ਬੜੀਆਂ ਲੰਬੀਆਂ, ਮੰਗਣ ਵਾਲੀਆਂ ਲਿਸਟਾਂ ਬੜੀਆਂ ਲੰਬੀਆਂ, ਸ਼ੁਕਰਾਨੇ ਦੀ ਕਤਾਰ ਦੇ ਅੰਦਰ ਖੜੇ ਹੋਣ ਵਾਲੇ ਬਹੁਤ ਬਿਰਲੇ ਨੇ। ਅੱਜ ਸਾਧ ਸੰਗਤ ਗੁਰੂ ਦੇ ਚਰਨਾਂ ਤੇ ਅਰਦਾਸ ਕਰਦੇ ਆ ਨਾ, ਅਰਦਾਸ ਘੱਟ ਕਰਦੇ ਆ, ਅਸੀਂ ਠੇਕਾ ਜ਼ਿਆਦਾ ਮਾਰਦੇ ਆ ਗੁਰੂ ਦੇ ਨਾਲ। ਕਿਵੇਂ ਠੇਕਾ ਮਾਰਿਆ ਜਾਂਦਾ ਅੱਜ ਦੀ ਡੇਟ ਦੇ ਅੰਦਰ? ਅੱਜ ਅਸੀਂ ਅਰਦਾਸ ਕਰਦੇ ਆ, ਸਾਡੀਆਂ ਅਰਦਾਸਾਂ ਹੀ ਇਦਾਂ ਦੀਆਂ ਹੋ ਗਈਆਂ ਵੀ ਦਾਤਾ ਉਹ ਜੇ ਸਾਡਾ ਆ ਕੰਮ ਬਣ ਗਿਆ ਫੇਰ ਅਖੰਡ ਪਾਠ ਕਰਾਵਾਂਗੇ, ਜੇ ਸਾਡਾ ਵੀਜ਼ਾ ਲੱਗ ਗਿਆ ਫੇਰ ਅਖੰਡ ਪਾਠ ਕਰਾਵਾਂਗੇ, ਫੇਰ ਸੁਖਮਨੀ ਸਾਹਿਬ ਦਾ ਪਾਠ ਕਰਾਵਾਂਗੇ। ਜੇ ਕਿਤੇ ਬਾਈ ਚਾਂਸ ਆਪਣੀ ਕਮੀ ਦੇ ਕਰਕੇ, ਆਪਣੇ ਪੇਪਰਾਂ ਦੀ ਘਾਟ ਦੇ ਕਰਕੇ ਵੀਜ਼ਾ ਰਹਿ ਗਿਆ, ਫੇਰ ਨਾ ਕਿਤੇ ਸਮਝੋ ਤੇਰੇ ਦਰ ਤੇ ਆ ਕੇ ਅਸੀਂ ਸੁਖਮਨੀ ਸਾਹਿਬ ਕਰਾਵਾਂਗੇ। ਇਦਾਂ ਦੇ ਹਾਲਾਤ ਹੈ ਸਾਧ ਸੰਗਤ ਅੱਜ ਕੱਲ। ਇਦਾਂ ਦੀਆਂ ਅਰਦਾਸਾਂ ਗੁਰੂ ਦੇ ਅੱਗੇ ਕੀਤੀਆਂ ਜਾਂਦੀਆਂ। ਮੈਂ ਪਹਿਲਾਂ ਆਖਿਆ ਅਰਦਾਸ ਉਹ ਸਦਾ ਪੂਰੀ ਹੋਇਆ ਕਰਦੀ ਆ ਜਿਹੜੀ ਜਨ ਬਣ ਕੇ ਕੀਤੀ ਹੋਈ ਅਰਦਾਸ ਹੋਵੇ। ਸਾਧ ਸੰਗਤ ਅੱਜ ਦੀ ਡੇਟ ਦੇ ਅੰਦਰ ਜਦੋਂ ਆਪਾਂ ਗੁਰਦੁਆਰਾ ਸਾਹਿਬ ਦੇ ਅੰਦਰ ਦਸਵੰਧ ਲਿਖਾਉਨੇ ਆ ਨਾ, ਜਾ ਕੇ ਦਸਵੰਧ ਦੀ ਮਾਇਆ ਦਿੰਨੇ ਆ, ਕਈ ਮੇਰੇ ਵਰਗੇ ਘਰਾਂ ਦੇ ਵਿੱਚ ਕੰਧਾਂ ਨੂੰ ਕੰਨ ਲਾ ਲਾ ਕੇ ਸੁਣਦੇ ਆ ਵੀ ਸਪੀਕਰ ਦੇ ਵਿੱਚ ਕਿਤੇ ਮੇਰਾ ਨਾਂ ਤਾਂ ਨਹੀਂ ਰਹਿ ਗਿਆ। ਜੇ ਕਿਤੇ ਬਾਈ ਚਾਂਸ ਕਿਸੇ ਦਾ ਨਾਂ ਬੋਲਣੋਂ ਰਹਿ ਗਿਆ ਹੋਵੇ ਤਾਂ ਦੂਜੇ ਦਿਨ ਗ੍ਰੰਥੀ ਸਿੰਘ ਦੀ ਸ਼ਾਮਤ ਆ ਜਾਂਦੀ ਆ ਵੀ ਮੇਰਾ ਨਾਂ ਕਿੱਦਾਂ ਰਹਿ ਗਿਆ, ਉਹ ਮੈਂ ਤਾਂ ਰੁਪਈਏ ਇੰਨੇ ਦਿੱਤੇ ਸੀਗੇ, ਮੇਰਾ ਨਾਂ ਕਿਉਂ ਨਹੀਂ ਬੋਲਿਆ। ਉਹ ਗੁਰਮਖੋ
हथ जोड़ के खिमा मांग के कहन लगा ये जड़ा साडा गुरु है ना ये स्पीकरां दी आवाज नहीं सुनदा, जिड्डी मर्जी उच्ची रोला मार के आख लो स्पीकरां दी आवाज नहीं सुनदा। ये जड़ा गुरु है ना ये तां साध संगत सिख दे हिरदे दी आवाज सुनदा है, ये तां दिल दी आवाज सुनदा है। वो जो मर्जी इस गुरु ते आके दे दिओ पर जदों तक दिलों ना ना वो सत्कार होया, वो दिल दी आवाज ना निकली उदों तक गुरु तक आवाज नहीं जे पहुंचनी। खैर इस पासे मेरा ध्यान ना जाए, मैं बेनती कर रहा सा। पम्मा पंडित कहने लगा दाता मतलबी दुनिया हाँ वो मतलब वास्ते आ हुंदा उदा किथे आ हुंदा, ते कहन लगा दाता आ भीम चंद वो तुहाडा सिख बनया सीगा, तुहाडे चरनां ते आया सीगा, बड़ी दुविधा च फसिया होया दाता, वो बोड़ी करो कृपा करो, वो जंग दा मैदान दे विच जूझदा पिया, तुहाडी मदद दी लोड़ आ। कलगी वाले पातशाह जी ने चिट्ठी फड़ी आ अपने भरा दीवान नंद चंद जी नूं दित्ती आ। ताया जी दे पुत्र कलगी वाले पातशाह जी दे ताया जी दे पुत्र ने दीवान नंद चंद जी, दीवान नंद चंद जी भरी संगत दे अंदर वो चिट्ठी पढ़ के सुनाउण लगे आ। चिट्ठी दे अंदर 20 राजियां दे हिरदे दे किहड़े बोल लिखे होए आ, आओ साध संगत ढाडी कला दी सुंदर बंदगी बैत दे रूप दे अंदर ढाडी जथा आप जी दे सामने है इहो बयान करदा है। शरण प्यादी तुसाही लाज रखनी, शरण प्यादी तुसाही लाज रखनी, शरण प्यादी तुसाही लाज रखनी। मोटा ढाला वो बेड़ा पार गुरु जी।
रहांगे हाँ जी दास बन के, सदा रहांगे तुसां दे दास बन के, सदा रहांगे तुसां दे दास बन के, रहांगे तुसां दे दास बन के, सदा रहांगे तुसां दे दास बन के। खरीदे जी बोल खरीदे गोले सेवादार गुरु जी, खरीदे गोले सेवादार गुरु जी, खरीदे गोले सेवादार गुरु जी। मैं बलिहारे सतगुर दी पगड़ी तो तेरी पगड़ी हरलिव लगड़ी तो, मैं बलिहारे सतगुर दे केसां तो तेरे केसे सच उपदेसां तो, मैं बलिहारे सतगुर दे भरवटियां तो तेरे भरवटियां नूर पलटियां तो, तेरियां मुच्छां सुंदर सोहणियां तेरियां संगतां दा मन मोहणियां, मैं बलिहारे सतगुर दी दाढ़ी तो तेरी दाढ़ी राम सवारी तो, मैं बलिहारे सतगुर दी उंगली तो तेरी उंगली जमा दी छड़ाई जुंगली तो, मैं बलिहारे सतगुर दे गोडियां तो तेरे गोडे विकारां छोडियां तो, मैं बलिहारे सतगुर दियां पिन्नियां तो तेरे पिन्नियां रस रहन गिन्नियां तो, मैं बलिहारे सतगुर दे गिट्टियां तो तेरे गिट्टियां विकारां पिट्टियां तो, मैं बलिहारे सतगुर दी पगड़ी तो तेरी पगड़ी हरलिव लगड़ी तो। ये जिहड़ी कविशरी है ना साध संगत कलगी वाले पातशाह जी दे फुੱਫੜ साधु जन जी वालों उचारी गई है। बीबी वीरो जी दे घरों साधु जन जी उन्हां दे वालों कलगी वाले पातशाह जी दे उस्ताद नूं लैके एक कविशरी उचारी गई है। कलगी वाले पातशाह जी दे दरबार दे अंदर साध संगत चिट्ठी पढ़ी गई आ। भाई दीवान आनंद चंद जी ने चिट्ठी पढ़ी आ। चिट्ठी पढ़न तो उपरंत कलगी वाले पातशाह कहन लगे अपने सिखां नूं पुछदे आ भी सिखो सानू 20 राजिਆਂ ने याद किया, सानू जाना चाहिए कि नहीं जाना चाहिए। कुछ सिखां ने आख्या दाता सानू नहीं जाना चाहिए। ये ओही झूठे राजे आ, ये ओही कपटी राजे आ जिहड़े 1.5 साल पहला भंगाणी दी लड़ाई दे अंदर तानू मारन तक गए सन। ये ओही राजे आ दाता जिन्हां दे करके तुहाडे भूआ दे पुੱਤ शहीद होए, जिन्हां दे करके तुहाडे भरा शहीद होए, वो जिन्हां दे करके पीर बुद्धू शाह दे पुत्र शहीद होए, वो जिन्हां दे करके दाता तुहाडे पुत्रां तो प्यारे सिख शहीद होए। ये कपटी राजे आ, ये झूठे राजे आ, सानू नहीं जाना चाहिए। कुछ सिखां ने आख्या दाता मन ली तुहाडी गल भी असीं चले गए इन्हां दी मदद करन वास्ते, तुसीं चले जाओ, पर दाता ये झूठे राजे आ, ये कपटी राजे आ, इन्हां दी की भरोसा तुहानू कल नूं तुहाडे उत्ते चढ़ के दोबारा ना आउण। कहण लगे दाता इह तों चंगा सानू इन्हां दी मदद वास्ते नहीं जाना चाहिए। वारी आई भाई दया राम जी दी। सत संगत मैं गुरु गोबिंद राय अते दया राम शब्द वरत रहा, मैं सिंह शब्द नहीं वरत रहा। क्यों जड़ा साका तुहानू सुना रहा 1690 ईस्वी का साका है, ते जड़ा सिंह अते कौर शब्द मिलिया 1699 नूं जाके सानू मिलिया। इस करके मैं राय शब्द दी वरतों कर रहा। दया राम दी वारी आई, कलगी वाले पातशाह कहन लगे दया रामा तेरा की ख्याल आ। दया राम गल पल्ला पा के कहन लगे दाता साडी की औकात, असीं तुहानू कुछ दसीए, तुसीं दसो। जे तुसीं आखो आपां जाना ते दाता तुहाडे चरनां दे उत्तों शहीदियां पाउण वास्ते तैयार आ। जे तुसीं आखो असीं नहीं जाना ते दाता चुप करके तुहाडे चरनां ते बैठे आ। किरपा करके तुसीं दसो सानू जाना चाहिए कि नहीं जाना चाहिए, तुसीं हुक्म करो। कलगी वाले पातशाह कहन लगे दया रामा मेरी 9 साल दी उम्र सी जदों पिता शहीद होने वास्ते तोरिया, ओए हुण ते मैं गभरू हां, 23 सालां दी उम्र आ कलगी वाले पातशाह जी दी। कहन लगे हुण ते मैं गभरू हां, ओए हुण मैं खाली किदां मोड़ दियां। इस गुरु नानक दे दरबार अंदर हरगिज़ नहीं किसे नूं इरकार होएगा, लखां बेड़े तर गए इत्थे ए बेड़ा भी पार होएगा। कहन लगे जाना है आपां, पर आपां लड़न नहीं जाना, आपां समझौता कराउण जाना है। देखो साध संगत कुर्बान जाया जे कलगी वाले पातशाह जी तो जड़े किते 1.5 साल पहला मारन तक आए सन, फौजा चढ़ा के कह के आए सन भी गुरु नूं मार देना असी, जड़े मारन तक आए सी अज उन्हां वास्ते कलगी वाले पातशाह कहंदे आपां उन्हां दी मदद करन जाना है, उन्हां वास्ते जाना है, उन्हां दा समझौता कराउण जाना है। कलगी वाले पातशाह कहन लगे जाना है आपां, पर आपां समझौता कराउण जाना। कलगी वाले पातशाह 500 वीर बहादुर सपुत्रां नूं नाल लैके नदौण तो पहला एक शहर है नगर पिया करदा सी, पिंड होया करदा सी, ओदा नाम है बलूरी। अज कल वो पिंड वसदा नहीं है, पर इतिहास दे वर्के दसदे ने उन्हां समयां दे विच इह पिंड वसिया करदा सीगा।
अगों भीम चंद ने आके बड़ा भरवां स्वागत किया। कहन लगे दाता तुसी आ गए हो, हुण असीं जित जाना, हुण असीं हारदे नहीं। कलगी वाले पातशाह कहन लगे भीम चंदा मैं लड़न नहीं आया, तुहाडा समझौता कराउणा आया। कहन लगे दाता जो मर्जी कराओ पर साडा खहड़ा छड़ाओ। लो साध संगत कलगी वाले पातशाह जी ने आलफ खान नूं सुनेहा भेजिया भी आलफ खान आजा आपां बह के गल करदे आ, चार तेरियां सुणदे आ, चार 20 राजे दियां सुणदे आ। जंग दा मूंह काला, आपां जंग नहीं करनी, आपां लड़ना नहीं, आपां विचला राह लभ लैंदे आ कोई। हुण जदों आलफ खान नूं साध संगत सुनेहा मिलिया ना समझौते दा, ते जिहड़ा दयाल चांदा ना इहने आलफ खान नूं चुकना दे दित्ती। कहण लगा हजूरे अनवर ओ 10वें गुरु दे नाल समझौता करन दी लोड़ नहीं। कहंदा आ 10वें गुरु दा एवें हुआ जा बनया फिरदा, भंगाणी दी लड़ाई च मेरे सामने नहीं आया, मैं तां एक तीर मार के मार देना सी। खिमा करे जे साध संगत इन्हां दे बचन जे असीं अपनी जुबानों सतगुरां वास्ते वरतीए ना साडा रवे कख ना, पर साडी मजबूरी हुंदी है सानूं दूजे दे बोल। आलफ खान नूं सुनेहा भेजिया गया कलगी वाले पातशाह जी दा। कहण लगे आजा आलफ खान आपां बह के गल करदे आ। हुण एक पासे आलफ खान बैठा, एक पासे 20 राजे बैठे, विचकार कलगी वाले पातशाह बैठे आ। कलगी वाले दाता जी कहण लगे आलफ खान तू कहना मामला लेना, ते ए 20 राजे कहंदे 2 महीने होए मामला दित्ते नूं, तुहाडे विचों एक झूठ बोलदा ते एक सच्चा बोलदा, किरपा करो चानना पाओ आपां विचला राह लभ लईए। हुण आलफ खान नूं चुकना मिली होई सी, ओ चुकना दे विच आया आलफ खान कहण लगा, कहंदा गोबिंद राए ओ तू कौन है, तेनू किने सद्या? ओ मैं मामला लेना, मैं मामला लेके जावांगा, हिक दे जोर नाल लेके जाना है। कलगी वाले पातशाह कहण लगे आलफ खान पंचायत नूं कदे तकीदा नहीं हुंदा, पर ए ना मन्निया बस इन्ना आखदिया कलगी वाले पातशाह जी दे शान दे खिलाफ 4 अखर बोले। जदों ए ना हटिया मेरे कलगी वाले पातशाह जी ने ओ दिता मुछ नूं वट। कहण लगे आलफ खान ओ मामला ते तां लेके जाएगा ना जे जुंदा वापस जाएगा। ओ प्यार दी बोली ना तू समझिया नहीं ते हुण तलवार दी बोली भी वेख लै। मेरे कलगी वाले पातशाह जी ने किता 500 वीर बहादुर प्यारे सपुत्रा नूं अपने सिखां नूं हुक्म कहण लगे सिखो ओ जंग दी तैयारी कीती जाए। कलगी वाले पातशाह जी दा पाके हुक्म ओ सारे सिख एक तो एक अगे होके शहीदियां पाउण वास्ते तैयार हो गए। हुक्म मिलिया ना कलगी वाले पातशाह जी दा भी सिखो ओ जंग दी तैयारी कीती जाए। ओ सारे एक तो अगे होके जंग दे मैदान दे अंदर जाण वास्ते तैयार ने। ओ पहन के चोले ला के कमर कसे बन के गोल दस्तारे सिरां ते ला के चक्कर ओ पढ़दे ने जो तो प्रेम खेलन का चाहो सिर धर गली ते सिर धर तली गली मेरी आओ। इत मार्ग पैर धरीजै सिर दीजै कान ना कीजै मोहे मरने का चाओ है। मेरा तो हर के द्वार दे ताने लाउंदियां ओ होके घोड़ियां ते असवार ओ कलगी वाले पातशाह जी दा हुक्म पा के जंग दे मैदान दे अंदर
नीले दस्तारे हो चपड़ चढ़ती कटा जो करती कथा तो नीले सितारे चक्कर चमकते बिजली शिकारे चक्कर चमकते बिजली शिकारे सिदक दे भरोसे दा जन्मदाता सदा रहिंदा है कायम अपने धड़े उत्ते देग तेग विचों मिली है पुठ एनू बहिंदा ला समाधियां रड़े उत्ते लावां तेरे नाल लैणियां मुखों आखे बह के मौत मुटियार दे थड़े उत्ते मर मिटे पर दाग ना पैण दवे कंगे केस किरपान ते कड़े उत्ते कुर्बान जाया जे कलगी वाले पातशाह जी जेदियां चिड़ियां बाजां ते होण भारू ओदे ਸਿੰਘਾਂ दी कैसी शान हुसी 1.25 ਲੱਖ दे नाल ਜਿਹੜਾ ਲੜਾਏ ਕੱਲਾ ਕਲਗੀ ਵਾਲੇ ਪਾਤਸ਼ਾਹ ਆਪ ਕਿੱਡੇ ਬਲਵਾਨ ਹੋ ਸੀ ਜਿਸ ਗੁਰੂ ਨੇ 1.25 ਲੱਖ ਦੇ ਨਾਲ ਲੜਨ ਵਾਲੇ ਸਿੰਘ ਪੈਦਾ ਕਰ ਦਿੱਤੇ ਹੋਣ ਉਹ ਕਲਗੀ ਵਾਲੇ ਪਾਤਸ਼ਾਹ ਆਪ ਕਿੱਡੇ ਬਲਵਾਨ ਹੋਣਗੇ ਆਪ ਕਿੱਡੇ ਸੰਤ ਸਿਪਾਹੀ ਹੋਣਗੇ ਆਪ ਕਿੱਡੇ ਯੋਧੇ ਹੋਣਗੇ ਆਓ ਸਾਧ ਸੰਗਤ ਕਲਗੀ ਵਾਲੇ ਪਾਤਸ਼ਾਹ ਜੀ ਦੀ ਸ਼ਕਤੀ ਦੀ ਗੱਲ ਕਲਗੀ ਵਾਲੇ ਪਾਤਸ਼ਾਹ ਜੀ ਦੀ ਬਲਵਾਨਤਾ ਦੀ ਗੱਲ ਕਰਕੇ ਮੈਂ ਆਖਰੀ ਢਾਡੀ ਕਲਾ ਦੀ ਵਾਰ ਆਖ ਕੇ ਖਿਮਾ ਦੇ ਜਾਚਕ ਹੋ ਜਾਣਾ ਹੈ
ਸਾਧ ਸੰਗਤ ਅਸਲ ਦੇ ਵਿੱਚ ਸਾਡੇ ਸਾਹਮਣੇ ਕਲਗੀ ਵਾਲੇ ਪਾਤਸ਼ਾਹ ਤੀਰ ਕਿਹੜੇ ਚਲਾਇਆ ਕਰਦੇ ਸਨ, ਕਮਾਨ ਕਿਹੜੀ ਵਰਤਿਆ ਕਰਦੇ ਸਨ, ਉਹ ਘੋੜੇ ਕਿਹੜੀ ਨਸਲ ਦੇ ਵਰਤਿਆ ਕਰਦੇ ਸਨ, ਇਹ ਸਾਡੇ ਸਾਹਮਣੇ ਬਹੁਤ ਘੱਟ ਪ੍ਰਚਾਰਿਆ ਗਿਆ ਹੈ। ਕਲਗੀ ਵਾਲੇ ਪਾਤਸ਼ਾਹ ਜੀ ਦੀ ਕਮਾਨ ਕਿੰਨਾ, ਉਹਨੂੰ ਕਮਾਨ ਨੂੰ ਚਲਾਉਣ ਵਾਸਤੇ ਤਾਕਤ ਕਿੰਨੀ ਚਾਹੀਦੀ ਸੀ, ਉਹ ਮੈਂ ਦੱਸ ਕੇ ਆਪਣਾ ਪ੍ਰਕਰਨ ਅੱਗੇ ਵਧਾਉਣ ਲੱਗਾ ਹੈ। ਸਾਧ ਸੰਗਤ ਜਿਹੜੀ ਕਮਾਨ ਦੀ ਤਾਕਤ ਹੈ ਨਾ, ਕਮਾਨ ਦੀ ਤੰਦੀ ਖਿੱਚਣ ਦੀ ਤਾਕਤ ਆ, ਉਹ ਟੰਕਾਂ ਦੇ ਹਿਸਾਬ ਦੇ ਨਾਲ ਮਾਪੀ ਜਾਂਦੀ ਆ ਵੀ ਕਿੰਨੇ ਟੰਕੀ ਕਮਾਨ ਆ, ਕਿੰਨੇ ਟਾਂਕ ਦੀ ਕਮਾਨ ਆ। ਇੱਕ ਟੰਕੀ ਕਮਾਨ ਦੇ ਅੰਦਰ 25 ਕਿਲੋ ਭਾਰ ਚੱਕਣ ਨੂੰ ਜਿੰਨਾ ਜ਼ੋਰ ਲੱਗਦਾ, ਜਿੰਨਾ 25 ਕਿਲੋ ਭਾਰ ਧਰਤੀ ਤੋਂ ਚੱਕਣ ਨੂੰ ਜਿੰਨਾ ਜ਼ੋਰ ਲੱਗਦਾ ਨਾ, ਇੰਨੇ ਜ਼ੋਰ ਦੇ ਨਾਲ ਇੱਕ ਟਾਂਕ ਦੀ ਕਮਾਨ ਦੀ ਤੰਦੀ ਖਿੱਚਣ ਨੂੰ ਇੰਨਾ ਜ਼ੋਰ ਲੱਗਦਾ ਹੈ। ਤੇ ਵਰਲਡ ਚੈਂਪੀਅਨ ਆ ਅੱਜ ਦੀ ਡੇਟ ਦੇ ਅੰਦਰ, ਵਰਲਡ ਚੈਂਪੀਅਨ ਹੈ ਜਿਹੜਾ ਤੀਰ ਅੰਦਾਜ਼ੀ ਦੇ ਅੰਦਰ, ਚਾਈਨਾ ਤੋਂ ਇੱਕ ਲੜਕੀ ਹੈ, ਉਹ ਸਾਧ ਸੰਗਤ ਉਹਨੇ ਅੱਜ ਤੱਕ ਵਰਲਡ ਚੈਂਪੀਅਨ ਨੇ 3 ਟਾਂਕ ਦੀ ਕਮਾਨ ਚਲਾਈ ਹੈ। ਅੱਜ ਤੱਕ ਜਿਹੜਾ ਵਰਲਡ ਚੈਂਪੀਅਨ ਆ 3 ਟਾਂਕ ਦੀ ਕਮਾਨ ਚਲਾਈ ਹੈ। ਕਹਿਣ ਦਾ ਭਾਵ 75 ਕਿਲੋ ਭਾਰ ਚੱਕਣ ਨੂੰ ਜਿੰਨਾ ਜ਼ੋਰ ਲੱਗਦਾ, ਇੰਨੇ ਜ਼ੋਰ ਦੇ ਨਾਲ 3 ਟਾਂਕ ਦੀ ਕਮਾਨ ਦੀ ਤੰਦੀ ਖਿੱਚਣ ਨੂੰ ਜ਼ੋਰ ਲੱਗਦਾ। ਤੇ ਕੁਰਬਾਨ ਜਾਇਆ ਜੇ ਕਲਗੀ ਵਾਲੇ ਪਾਤਸ਼ਾਹ ਜੀ ਤੋਂ ਅੱਜ ਵੀ ਤਖਤ ਸ੍ਰੀ ਹਜੂਰ ਸਾਹਿਬ ਪਈ ਆ ਗੁਰੂ ਪਾਤਸ਼ਾਹ ਜੀ ਦੀ ਕਮਾਨ। ਉਹ ਕਮਾਨ 9 ਟੰਕੀ ਕਮਾਨ ਸੀਗੀ, 9 ਟੰਕੀ ਕਮਾਨ ਚਲਾਇਆ ਕਰਦੇ ਸਨ ਕਲਗੀ ਵਾਲੇ ਪਾਤਸ਼ਾਹ। ਕਹਿਣ ਦਾ ਭਾਵ 225 ਕਿਲੋ ਭਾਰ ਚੱਕਣ ਨੂੰ ਜਿੰਨਾ ਜ਼ੋਰ ਲੱਗਦਾ ਹੈ, ਇੰਨੇ ਜ਼ੋਰ ਦੇ ਨਾਲ ਕਲਗੀ ਵਾਲੇ ਪਾਤਸ਼ਾਹ ਜੀ ਦੀ ਕਮਾਨ ਦੀ ਕੱਲੀ ਤੰਦੀ ਖਿੱਚੀ ਜਾਂਦੀ ਆ। ਕਲਗੀ ਵਾਲੇ ਪਾਤਸ਼ਾਹ ਜੀ ਦੀ ਕਮਾਨ ਦਾ ਚਿੱਲਾ ਚੜਾਉਣਾ ਹੋਵੇ, ਖਾਲਾ ਜੀ ਦਾ ਵਾੜਾ ਨਹੀਂ, ਸਾਧ ਸੰਗਤ ਇਹ ਪਾਤਸ਼ਾਹ ਹੀ ਕਰ ਸਕਦੇ ਆ। 9 ਟਾਂਕ ਦੀ ਕਮਾਨ ਚਲਾਇਆ ਕਰਦੇ ਸਨ। ਅੱਜ ਦੀ ਡੇਟ ਦੇ ਅੰਦਰ ਨਾ ਜਿਹੜੇ ਜਿਮ ਅੰਦਰ ਜਾਂਦੇ ਆ, ਬੜੇ ਜ਼ੋਰ ਨਾਲ ਬੜੇ ਜੋਸ਼ ਨਾਲ ਦੱਸਦੇ ਆ ਜੀ ਮੈਂ ਤਾਂ ਕੁਇੰਟਲ ਭਾਰ ਚੱਕ ਲੈਣਾ। ਉਹ ਭਲਿਓ ਤੁਸੀਂ ਤਾਂ ਕੁਇੰਟਲ ਭਾਰ ਚੱਕ ਲੈਂਦੇ ਆ, ਇੱਕ ਸਹਾਇਕ ਪਿੱਛੇ ਖੜਾ ਹੁੰਦਾ। ਕਲਗੀ ਵਾਲੇ ਪਾਤਸ਼ਾਹ 225 ਕਿਲੋ ਭਾਰ ਚੱਕਣ ਨੂੰ ਜਿੰਨਾ ਜ਼ੋਰ ਲੱਗਦਾ ਨਾ, ਉਹਨੇ ਜ਼ੋਰ ਦੇ ਨਾਲ ਤਾਂ ਕੰਲੀ ਤੰਦੀ ਖਿੱਚੀ ਜਾਂਦੀ ਆ ਕਲਗੀ ਵਾਲੇ ਪਾਤਸ਼ਾਹ ਜੀ ਦੀ ਕਮਾਨ ਦੀ। ਤੇ ਯਾਦ ਰੱਖਿਆ ਜੇ ਇਤਿਹਾਸ ਦੇ ਪੰਨੇ ਫੋਲ ਕੇ ਪੜ੍ਹੀਏ ਨਾ, ਤੇ ਸਾਨੂੰ ਮਿਲ ਜਾਂਦਾ ਕਲਗੀ ਵਾਲੇ ਪਾਤਸ਼ਾਹ 9 ਟੰਕੀ ਕਮਾਨ ਦੇ ਉੱਤੇ 3-3 ਤੀਰ ਇਕੱਠੇ ਚਲਾਇਆ ਕਰਦੇ ਸਨ, 3-3 ਤੀਰ ਇਕੱਠੇ ਚਲਾਇਆ ਕਰਦੇ ਸਨ। ਅੱਜ ਉਹ ਮੇਰੇ ਦਾਤਾ ਗੈਰਾਂ ਦੇ ਵਾਸਤੇ ਜਿਹੜੇ 1.5 ਸਾਲ ਪਹਿਲਾਂ ਲੜਨ ਆਏ ਸਨ, ਮਾਰਨ ਆਏ ਸਨ, ਅੱਜ ਉਹਨਾਂ ਦੀ ਜਗ੍ਹਾ ਜੰਗ ਦੇ ਮੈਦਾਨ ਦੇ ਅੰਦਰ ਜਾ ਕੇ ਲੜਨ ਲੱਗੇ ਆ। ਸਾਧ ਸੰਗਤ ਇਹ ਕੇਵਲ ਤੇ ਕੇਵਲ ਸਿੱਖ ਇਤਿਹਾਸ ਦੇ ਅੰਦਰ ਹੋਇਆ ਵੀ ਦੁਸ਼ਮਣ ਦੇ ਵਾਸਤੇ ਜਾ ਕੇ ਜੰਗ ਦੇ ਮੈਦਾਨ ਦੇ ਅੰਦਰ ਲੜਿਆ ਜਾਵੇ। ਸਾਡੇ ਇਤਿਹਾਸ ਦੇ ਸਾਧ ਸੰਗਤ ਕਿਸੇ ਨੇ ਪੜਿਆ ਨਹੀਂ। ਸਿੱਖ ਕੌਮ ਦੇ ਇਤਿਹਾਸ ਨੂੰ ਬਹੁਤ ਘੱਟ ਲੋਕਾਂ ਨੇ ਪੜਿਆ। ਬਹੁਤ ਸਾਰੇ ਲੋਕ ਆਖਿਆ ਕਰਦੇ ਸਨ, ਬਹੁਤ ਸਾਰੇ ਲੋਕ ਗੱਲਾਂ ਕਰਦੇ ਆ ਵੀ ਕਿਸੇ ਬੰਦੇ ਦਾ ਸਿਰ ਲਾ ਦਿੱਤਾ ਜਾਵੇ, ਖੋਪਰ ਲਾ ਦਿੱਤਾ ਜਾਵੇ, ਬੰਦ ਕੱਟ ਦਿੱਤੇ ਜਾਣ, ਐਸਾ ਉਹ ਬੰਦਾ ਧਾਹਾਂ ਨਾ ਮਾਰੇ, ਐਸਾ ਹੋ ਨਹੀਂ ਸਕਦਾ, ਚੀਕਾਂ ਨਾ ਮਾਰੇ, ਐਸਾ ਹੋ ਨਹੀਂ ਸਕਦਾ। ਪਰ ਸਿੱਖ ਕੌਮ ਨੇ ਐਸੇ ਯੋਧੇ ਪੈਦਾ ਕੀਤੇ ਆ ਜਿਨ੍ਹਾਂ ਨੇ ਅਕਾਲ ਪੁਰਖ ਦੀ ਰਜ਼ਾ ਦੇ ਅੰਦਰ ਰਹਿ ਕੇ ਖੋਪਰ ਵੀ ਲਹਾ ਦਿੱਤੇ, ਬੰਦ ਵੀ ਕਟਵਾ ਦਿੱਤੇ, 2 ਫਾੜ ਵੀ ਹੋ ਗਏ, ਪਰ ਮੁਖ ਦੇ ਵਿੱਚੋਂ ਸੀ ਤੱਕ ਨਾ ਆਖੀ। ਦੁਨੀਆ ਦੇ ਲੋਕ ਸਾਧ ਸੰਗਤ ਗੱਲਾਂ ਕਰਦੇ ਸਨ ਕਿ ਮਾਵਾਂ ਦੀ ਗੋਦ ਦੇ ਵਿੱਚੋਂ ਮਾਵਾਂ ਦੇ ਸਾਹਮਣੇ ਬੱਚੇ ਚੱਕ ਕੇ ਟੁਕੜੇ ਕਰਕੇ ਹਾਰ ਬਣਾ ਕੇ ਗਲਾਂ ਵਿੱਚ ਪਾ ਦਿੱਤੇ ਜਾਣ, ਮਾਵਾਂ ਧਾਹਾਂ ਨਾ ਮਾਰੇ, ਐਸਾ ਹੋ ਨਹੀਂ ਸਕਦਾ। ਪਰ ਸਿੱਖ ਕੌਮ ਦਾ ਇਤਿਹਾਸ ਪੜ੍ਹ ਕੇ ਵੇਖੋ, ਸਿੱਖ ਕੌਮ ਦੀਆਂ ਮਾਵਾਂ ਨੇ ਇਹ ਕੁਝ ਕਰਿਆ। ਆਪਣੇ ਸਾਧ ਸੰਗਤ ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ ਦੇ ਵਿੱਚ ਹਾਰ ਪਵਾ ਕੇ ਸਿੱਖ ਕੌਮ ਦੀਆਂ ਮਾਵਾਂ ਨੇ ਅਰਦਾਸਾਂ ਪਤਾ ਕੀ ਕੀਤੀਆਂ? ਸਿੱਖ ਕੌਮ ਦੀਆਂ ਮਾਵਾਂ ਨੇ ਅਰਦਾਸਾਂ ਕੀਤੀਆਂ, ਹੇ ਦਾਤਿਆ ਤੇਰੇ ਭਾਣੇ ਅੰਦਰ ਦਿਨ ਸੁੱਖਾਂ ਦਾ ਬਤੀਤ ਹੋਇਆ, ਕਿਰਪਾ ਕਰੀ 4 ਪੈਰ ਰਹਿਣ ਆਈ ਆ ਤੇਰੇ ਭਾਣੇ ਦੇ ਅੰਦਰ, ਇਹ ਵੀ ਸੁੱਖਾਂ ਦੀ ਬਤੀਤ ਹੋ ਜੇ। ਇਹ ਕੇਵਲ ਤੇ ਕੇਵਲ ਸਿੱਖ ਕੌਮ ਦੀਆਂ ਮਾਵਾਂ ਦੇ ਹਿੱਸੇ ਦੇ ਵਿੱਚ ਆਇਆ। ਦੁਨੀਆ ਦੇ ਲੋਕ ਗੱਲਾਂ ਕਰਦੇ ਸਨ ਕਿ ਜਿਹੜਾ ਬੰਦਾ ਸਾਨੂੰ ਮਾਰਨ ਵਾਸਤੇ ਆਇਆ ਹੋਵੇ ਉਹਦੀ ਖਾਤਰ ਜੰਗ ਦੇ ਮੈਦਾਨ ਦੇ ਅੰਦਰ ਜਾ ਕੇ ਲੜਿਆ ਜਾਵੇ, ਐਸਾ ਹੋ ਨਹੀਂ ਸਕਦਾ। ਪਰ ਸਾਕਾ ਨਦੌਣ ਪੜ੍ਹ ਕੇ ਵੇਖੋ, ਸਾਡੇ ਸਤਿਗੁਰਾਂ ਨੇ ਇਹ ਕੁਝ ਵੀ ਕਰਕੇ ਵਿਖਾਇਆ। ਨਦੌਣ ਦੀ ਧਰਤੀ ਦੇ ਉੱਤੇ ਕਲਗੀ ਵਾਲੇ ਪਾਤਸ਼ਾਹ ਜੀ ਦਾ ਹੁਕਮ ਪਾ ਕੇ ਸਾਧ ਸੰਗਤ ਉਹ 500 ਵੀਰ ਬਹਾਦਰ ਪਿਆਰੇ ਸੁਪੁੱਤਰ ਜੰਗ ਦੇ ਮੈਦਾਨ ਦੇ ਵੱਲ ਹੋਏ ਨੇ। ਤੇ ਜਿਹੜੇ 22 ਧੜ ਦੇ ਰਾਜੇ ਆ ਨਾ, ਐਨ ਪਿੱਛੇ 20 ਰਾਜੇ ਬਿਲਕੁਲ ਪਿੱਛੇ ਜਾ ਕੇ ਬੈਠੇ ਆ। ਤੇ ਜਿਹੜਾ ਭੀਮ ਚਾਹੁੰਦਾ ਉਹਦੀ ਟੇਕ ਹੈ ਕਲਗੀ ਵਾਲੇ ਪਾਤਸ਼ਾਹ ਜੀ ਤੇ, ਸਿਮਰਨ ਕਰਦਾ ਕਲਗੀ ਵਾਲੇ ਪਾਤਸ਼ਾਹ ਜੀ ਦੇ ਨਾਮ ਦਾ। ਧੰਨ ਗੁਰੂ ਗੋਬਿੰਦ ਰਾਏ, ਧੰਨ ਗੁਰੂ ਗੋਬਿੰਦ ਰਾਏ, ਧੰਨ ਗੁਰੂ ਗੋਬਿੰਦ ਰਾਏ। ਜਿਹੜਾ ਸਾਡੇ ਸਤਿਗੁਰਾਂ ਨੂੰ ਧੰਨ ਕਹਿੰਦਾ ਨਾ, ਸਾਡੇ ਸਤਿਗੁਰੂ ਉਹਦੀ ਜ਼ਿੰਦਗੀ ਦੇ ਅੰਦਰ ਧੰਨ ਕਰਵਾ ਦਿੰਦੇ ਨੇ। ਸਹੀ ਤੁਧ ਨੂੰ ਧੰਨ ਕਹਿਆ ਤੈਨੂੰ ਜਮ ਨੇੜ ਨਾ ਆਵੇ। ਲੋ ਸਾਧ ਸੰਗਤ ਜੰਗ ਦਾ ਮੈਦਾਨ ਪੱਖਣ ਲੱਗਾ। ਇੱਕ ਪਾਸੇ ਭਾਰਤ ਦੀ ਇੱਜ਼ਤ ਨੂੰ ਮਿੱਟੀ ਵਿੱਚ ਰੋਲਣ ਵਾਲੇ, ਇੱਕ ਪਾਸੇ ਭਾਰਤ ਦੀ ਇੱਜ਼ਤ ਨੂੰ 4 ਚੰਨ ਲਾਉਣ ਵਾਲੇ, ਇੱਕ ਪਾਸੇ ਅੱਲਾਹੂ ਅਕਬਰ ਦੇ ਨਾਰੇ, ਇੱਕ ਪਾਸੇ ਬੋਲੇ ਸੋਨੇ ਹਾਲ ਦੇ ਜਕਾਰੇ। ਉਹ ਮੇਰੇ ਕਲਗੀ ਵਾਲੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਅੰਦਰ ਜਾ ਕੇ ਆਲਫ ਖਾਨ ਦੀਆਂ ਫੌਜਾਂ ਦੀ ਤੋਬਾ ਕਰਵਾ ਦਿੱਤੀ। ਉਹ ਹੋ ਕੇ ਆਮੋ ਸਾਹਮਣੇ ਦਲ ਦੋਵੇਂ ਜੁੱਟੇ, ਉੱਥੇ ਤੀਰ ਤੇ ਹਾਏ ਰੱਤ ਦੇ ਚਿੱਲਿਆਂ ਤੋਂ ਛੁੱਟੇ, ਕਈ ਹਿੱਕਾਂ ਹੋਈਆਂ
होईयां छाननी कई मत्थे फुटे, वो लथ गए धड़ सिरा तो धड़ रह गए फुटे। वो तोबा करवा दी आलफ खान दियां फौजां दी। ते साध संगत दयाल चंद लड़दा जंग दे मैदान दे अंदर। दयाल चंद नूं लड़दियां वेख के आलफ खान दे दिमाग 'च एक स्कीम आई आ। आलफ खान कहन लगा, दयाल चंदा ओए तू तां कहंदा सी 10वां गुरु भंगाणी दी लड़ाई दे विच सामने नहीं आया, ओए हुण तां तेरे सामने आ, ओ चला तीर नहीं तां पिछों गोली मार दियांगा। हुण दयाल चंद सोचदा मैं तां एवें फर्जी मार बैठा सा। ये सोचदा सच्ची गल तां यह है जे मैं 10वें गुरु दे सामने गया, नोक टांक दी कमान चलदी आ, जे सामने गया मैं तीर दे कोलों बच नहीं सकदा, ते जे मैं पिछे नूं भज्जिया हुण पिछों गोली आलफ खान ने सच्चीओ मार देनी आ। दोवें हालातां दे अंदर मौत आ, ओ क्यों ना कुछ जूझ के मरिया जावे। ये पहन के हथियार हो के घोड़े ते असवार कलगी वाले पातशाह जी दे सामने आके खड़ा हो गया। कलगी वाले पातशाह हसे मुस्कुराए। ये दयाल चंद कहन लगा, गोबिंद राए ओ हासा कादा? कहंदे तैनूं पता मैं तीर अंदाजी दा धनी आ, तीर अंदाजी सिखालण दे अंदर सैकड़े शिगिरद पैदा कीते आ, ओ मेरा तीर कदे खाली नहीं जांदा। कलगी वाले पातशाह कहन लगे, दयाल चंदा ओ बड़ी भारी फौज दा कमांडर बन के आया, ओ तेरे दिल दिया अरमान किते दिल विच ना रह जाण, ओ दिल दिया दिल च ना रह जाण, तू वार कर ले, ओ जो मेरे अकाल पुरख नूं भाया जो होएगा वेखी जाएगी, तू तीर चला। इन्हें पहला तीर कढ़िया पत्थे चों, ओ चढ़ के तरकश दे उत्ते कलगी वाले पातशाह जी दे हिक दा निशाना ला के इन्हें पहला तीर छड्डिया। पहला तीर कलगी वाले पातशाह जी ने खब्बे हत्थ दे नाल ही बुੱਝ लिया। हुण साध संगत जिहड़ा गुरु नो टांक दी कमान चलाउंदा होवे, ओ हवा तो भी तेज जिस कमान दे विचों तीर निकलदा होवे ते आम तीर हत्थ नाल फड़ने किहड़ी वड्डी गल है उस गुरु वास्ते। हत्थ नाल बुੱਝ के धरती ते सुੱਟ दिता। इन्हें दूजा तीर चलाया, ओ दूजा तीर तलवार दे नाल टुकड़े करके थल्ले सुੱਟ दिता। ते इह कहन लगा, तीजा मेरे को एक आखिरी मौका, जे आ तीर खाली चला गया ना ते मेरी किस्मत फुੱਟ जानी आ। इन्हें तीजा तीर कढ़िया, चाढ़िया तरकश दे उत्ते, सारे देवी देवते सिमर के कलगी वाले पातशाह जी दा हिक दा निशाना ला के तीजा तीर छड्डिया। ओ तीजा तीर कलगी वाले पातशाह जी ने ढाल ते लिया। तीन दे तीन तीर गए अजाई ते हुण इह घोड़ा छेड़ के भजन लगा। कलगी वाले पातशाह ओ उच्ची ललकार के उच्ची वंगार के कहन लगे, दयाल चंदा ओ तीन तीर चलाए आ, हुण एक तीर साडा भी लैंदा जाई, इक्को ही चलाउणा ते बस इक्को ही लैंदा जाई। मेरे कलगी वाले पातशाह कढ़िया पत्थे विचों सोनमुखी तीर ओ होए नीले ते असवार। ते जदों नीले की गल आउंदी है ना साध संगत, साडे मनां दे अंदर एक ख्याल आ जांदा है कि घोड़ा खबरे नीले रंग दा होना है। घोड़े कदी नीले नहीं होया करदे साध संगत, चिट्टे भूरे डब खड़बे होया करदे आ। नीला घोड़ा क्यों कहा जांदा? पाकिस्तान दे अंदर शहर है नील, उस नील शहर दी संगत ने बहुत मुल्ला घोड़ा खरीदिया ते ओ साध संगत कलगी वाले पातशाह जी नूं आनंदपुर साहब दी धरती ते आके भेटा कीता। नीले शहर दी संगत लैके आई सीगी, कलगी वाले पातशाह जी ने ना ही नीला रख दिता। घोड़े दा नाम नीला सीगा, घोड़े दा रंग नीला नहीं सी। ते साध संगत जड़ा घोड़ा वरत्या करदे सन ना कलगी वाले पातशाह जी, ओ नीलख नस्ल दा घोड़ा होया करदा सी। जिन्नी को महाराज ने सुमत बख्शी आ, जिन्ना को किताबां दे विचों पढ़िया, नीलख नस्ल दा घोड़ा होया करदा सीगा। अज कल नीलख नस्ल दा घोड़ा लैण जाओ कले अमेरिका दे अंदर मिलदा ते अज दी डेट दे अंदर 30 तो 35 करोड़ उस घोड़े दी, एक घोड़े दी कीमत आ 30 तो 35 करोड़ रुपया। कलगी वाले पातशाह जी ने वो कढ़िया पत्थे विचों सोनमुखी तीर होए घोड़े ते असवार। कलगी वाले पातशाह जी दा घोड़ा हिणकिया, वो सिंघां दे जकारे छड्डे। कलगी वाले पातशाह जी ने वो कढ़ के पत्थे विचों तीर वो चाढ़े तरकश दे उत्ते सत करतार कह के वो तीर दी नोक दे अंदर दयाल चंद ने मौत दे नां दी चिट्ठी परो के दयाल चंद दी छाती दे हिक दा निशाना ला के वो कलगी वाले पातशाह जी ने तीर कमान दे विचों वे ओ छड्डिया।
ਬੋਲੇ ਗੱਜ ਕੇ ਸ਼੍ਰੀ ਦਸ਼ਮੇਸ਼ ਜੀ। ਬੋਲੇ ਗੱਜ ਕੇ ਸ਼੍ਰੀ ਦਸ਼ਮੇਸ਼ ਜੀ। ਤੇਰਾ ਹੋਦਾ ਹੁਣ ਪਾਪੀਆਂ ਤਿਆਰ, ਅਸੀਂ ਆਏ ਕੁਝ ਜੱਗ ਦੇ ਸੁਖਾਂ ਨੂੰ। ਅਸੀਂ ਆਏ ਕੁਝ ਜੱਗ ਤੇ ਸਿਖਾਉਣ, ਬੱਚਾ ਸਾਡਾ ਨਿਸ਼ਾਨਾ ਪ੍ਰਚਾਰ, ਨਹੀਂ ਨਸਲਾਂ ਧਰਮ ਬਦਲਾਉਣ ਦਾ। ਨਹੀਂ ਨਸਲਾਂ ਧਰਮ ਬਦਲਾਉਣ ਦਾ, ਔਰ ਜੰਗ ਵਿੱਚ ਮੇਰ ਹਥਿਆਰ, ਛਾਤੀ ਢਾਕ ਕੇ ਸਾਹਮਣੇ ਰੱਖੀਏ। ਛਾਤੀ ਢਾਕ ਕੇ ਸਾਹਮਣੇ ਰੱਖੀਏ। ਕਰ ਲਈਏ ਪਹਿਲਾਂ ਕਿਸੇ ਤੇ ਨਿਵਾਰ, ਤਵੀ ਝਾੜ ਕੇ ਸਵਰਨ ਮੁਖੀ ਛੱਡਿਆ। ਸਵਰਨ ਮੁਖੀ ਛੱਡਿਆ, ਕੰਨਾ ਤੀਕ ਖਿੱਚਿਆ ਸਰਕਾਰ, ਘੋੜਾ ਮੋੜਾ ਪਿਆ ਸੀ ਪਹਾੜੀਆਂ। ਘੋੜਾ ਮੋੜਾ ਪਿਆ ਸੀ ਪਹਾੜੀਆਂ, ਕੰਨ ਦੇਣ ਸੀ ਪੀੜਤਾਂ ਤੇ ਆਲੇ, ਛਾਤੀ ਆਣ ਕੇ ਹੋ ਮੇਰੀ ਨਾਲਿਆ, ਛਾਤੀ ਆਣ ਕੇ ਜਵਾਨ ਦੀ ਲੱਗਿਆ, ਹੋ ਸੁੱਤਾ ਹੋ ਗਿਆ ਸਰੀਰ ਜੋ ਪਾਰੇ। ਡਿੱਗਾ ਆਣ ਕੇ ਜ਼ਮੀਨ ਉੱਤੇ ਸੀਤਲਾ, ਸੀਤਲਾ ਆਣ ਕੇ ਜ਼ਮੀਨ ਉੱਤੇ ਸੀਤਲਾ, ਹੋ ਕੱਟੂ ਸੂਰ ਨੇ ਲੱਗਿਆ ਹੰਕਾਰ। ਯਾਰੋ ਦੇ ਬਾਗ ਜਗ ਰਹਿੰਦੀਆਂ ਮਦਾ ਤੇਰੀਆਂ, ਜੱਗ ਵਿੱਚ ਰਹਿੰਦੀਆਂ ਗੁਰੂ ਕੀ ਤੇਰੀਆਂ। ਹਾਂ ਜੀ ਹਾਂ ਬੜਾ ਤੂੰ ਜਾ। ਅਸੀਂ ਭਾਜੀਆਂ ਮੋੜਨੀਆਂ ਜਾਣਦੇ ਹਾਂ, ਸਾਨੂੰ ਧਰਮ ਤੋਂ ਜਾਨਾਂ ਪਿਆਰੀਆਂ ਨਹੀਂ। ਸਿਰ ਦੇ ਕੇ ਅਸਾਂ ਨੇ ਖੁਦ ਲਈਆਂ, ਮੁੱਲ ਮਿਲਦੀਆਂ ਕਿਤੇ ਸਰਦਾਰੀਆਂ ਨਹੀਂ। ਅਸੀਂ ਹਿੱਕ ਤੇ ਸਦਾ ਵਾਰ ਚੱਲੇ, ਸਾਡੀ ਪਿੱਠ 'ਚ ਤੇਗਾਂ ਕਿਸੇ ਮਾਰੀਆਂ ਨਹੀਂ। ਅਸੀਂ ਇੱਜ਼ਤਾਂ ਬਚਾਈਆਂ, ਇਤਿਹਾਸ ਦੱਸੇ, ਜੂਏ ਵਿੱਚ ਜਨਾਨੀਆਂ ਹਾਰੀਆਂ ਨਹੀਂ। ਉਹ ਸ਼ੇਰਾਂ ਦੇ ਪੁੱਤ ਹਾਂ, ਸ਼ੇਰ ਲੋਕੋ ਕੁੱਤੇ ਬਿੱਲੇ ਨਾਲ ਸਾਡੀਆਂ ਯਾਰੀਆਂ ਨਹੀਂ। ਅਸੀਂ ਅਣਖ ਤੇ ਧਰਮ ਲਈ ਲੜਦੇ ਰਹੇ, ਅਸੀਂ ਸਿੱਖਿਆ ਗੁਰੂ ਤੋਂ ਡਰਨਾ ਏ।
ਜਿਨੇ ਜਿਨੇ ਵੀ ਸਿੱਖ ਕੌਮ ਨਾਲ ਲਿਆ ਪੰਗਾ ਉਹਨੇ ਕੁੱਤੇ ਦੀ ਮੋਤੇ ਹੀ ਮਰਨਾ ਏ। ਇਹ ਜਿਹੜਾ ਦਿਆਲ ਚੰਦ ਆਇਆ ਸੀ ਨਾ ਸਾਧ ਸੰਗਤ, ਕਹਿੰਦਾ ਮੈਂ ਇੱਕ ਤੀਰ ਨਾ ਮਾਰ ਦੇਣਾ, ਉਹਦੇ 3 ਦੇ 3 ਤੀਰ ਗਏ ਅਜਾਈ। ਤੇ ਕਲਗੀ ਵਾਲੇ ਪਾਤਸ਼ਾਹ ਜੀ ਦੇ ਇੱਕ ਤੀਰ ਖਾ ਕੇ ਲਹੂ ਲੋਹਾਨ ਹੋ ਕੇ ਘੋੜੇ ਤੋਂ ਥੱਲੇ ਭੋਏ ਤੇ ਡਿੱਗਿਆ। ਇਸ ਜੰਗ ਦੇ ਮੈਦਾਨ ਦੇ ਵਿੱਚ ਦਿਆਲ ਚੰਦ ਬਿਜੜਵਲੀਆ ਮਰਿਆ, ਕਿਰਪਾਲ ਚੰਦ ਕਟੋਚੀਆ ਫੱਟੜ ਹੋਇਆ ਤੇ ਆਲਫ ਖਾਨ ਉਹ ਡਰਦੇ ਮਾਰੇ ਨੇ ਬਿਆਸ ਦਰਿਆ ਦੇ ਅੰਦਰ ਛਾਲ ਮਾਰੀ। ਉਹ ਮਾਨਸਾ ਵਿਚਾਰਾ ਰੜਦਾ ਰੜਦਾ ਪਰਲੇ ਕਿਨਾਰੇ ਨਿਕਲਿਆ, ਜੰਗ ਦੇ ਮੈਦਾਨ ਚੋਂ ਭੱਜ ਗਿਆ, ਇਹ ਭਗੌੜਾ ਹੋ ਗਿਆ। ਇਸ ਜੇਤੂ ਜੰਗ ਦੇ ਜਰਨੈਲ ਮਹਾਨ ਸੈਨਾਪਤੀ ਧੰਨ ਸ਼੍ਰੀ ਗੁਰੂ ਗੋਬਿੰਦ ਰਾਏ ਮਹਾਰਾਜ ਐਲਾਨੇ ਗਏ। ਜੰਗ ਤੋਂ ਬਾਅਦ 8 ਦਿਨ ਨਦੌਣ ਸਾਹਿਬ ਦੀ ਧਰਤੀ ਤੇ ਰਹੇ। 8 ਦਿਨਾਂ ਤੋਂ ਬਾਅਦ ਵਾਪਸ ਆਨੰਦਾਂ ਦੀ ਪੂਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਆਏ ਨੇ। ਸਾਧ ਸੰਗਤ ਐਸੀ ਸਾਕਾ ਨਦੌਣ ਕਲਗੀ ਵਾਲੇ ਪਾਤਸ਼ਾਹ ਜੀ ਦੀਆਂ 14 ਜੰਗਾਂ ਦੇ ਵਿੱਚੋਂ ਦੂਸਰੀ ਜੰਗ ਜਿਹੜੀ ਮੈਂ ਆਪ ਜੀ ਦੇ ਸਾਹਮਣੇ ਆਖੀ ਹੈ। ਸਾਰੀ ਸੰਗਤ ਦਾ ਤਹਿ ਦਿਲ ਤੋਂ ਧੰਨਵਾਦ। ਬੜੇ ਪਿਆਰ ਦੇ ਨਾਲ ਬਹਿ ਕੇ ਸਰਵਣ ਕੀਤਾ, ਬੜੀ ਗਰੀਬ ਨਵਾਜੀ ਕੀਤੀ ਹੈ। ਸਾਰੀ ਸੰਗਤ ਦਾ ਰਣੀ ਹਾਂ, ਧੰਨਵਾਦੀ ਹਾਂ। ਸਭ ਤੋਂ ਜ਼ਿਆਦਾ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਓਟ ਸਦਕਾ, ਰਹਿਮਤ ਸਦਕਾ, ਜਿਨ੍ਹਾਂ ਦੀ ਮਿਹਰ ਸਦਕਾ ਆਪ ਸਾਰੀ ਸੰਗਤ ਦੇ ਸਾਹਮਣੇ ਕੁਝ ਖੜ ਕੇ ਕੁਝ ਕਹਿਣ ਦੀ ਹਿੰਮਤ ਮਿਲਦੀ ਹੈ, ਬਲ ਮਿਲਦਾ ਹੈ। ਸਾਊਂਡ ਵਾਲੇ ਵੀਰ ਦਾ ਬਹੁਤ ਬਹੁਤ ਧੰਨਵਾਦ। ਸਾਰੇ ਪ੍ਰਬੰਧਕ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ, ਜਿਨ੍ਹਾਂ ਜਥੇ ਵਿੱਚ ਸੇਵਾ ਕਰ ਰਹੇ ਸਨ। ਸੱਜੇ ਪਾਸੇ ਵੀਰ ਸਤਨਾਮ ਸਿੰਘ ਅਣਖੀਲਾ, ਪਿੰਡ ਬਿਲਗਾ ਨੇੜੇ ਨੂਰ ਮਹਿਲ। ਖੱਬੇ ਪਾਸੇ ਵੀਰ ਹਰਜਿੰਦਰ ਸਿੰਘ ਜਿੰਦਾ ਨਵਾਂ ਸ਼ਹਿਰ ਤੋਂ। ਸਰੰਗੀ ਮਾਸਟਰ ਗੁਰਵਿੰਦਰ ਸਿੰਘ ਲਾਡੀ, ਪਿੰਡ ਬੜਾ ਪਿੰਡ, ਅਤੇ ਦਾਸ ਪਰਮਿੰਦਰ ਸਿੰਘ ਅਮੋਲਕ, ਪਿੰਡ ਬੜਾ ਪਿੰਡ, ਬਿਲਕੁਲ ਤੁਹਾਡੇ ਗੁਆਂਢ ਦੇ ਵਿੱਚ ਆ। ਸਾਧ ਸੰਗਤ ਤੁਹਾਡਾ ਆਪਣਾ ਜਥਾ ਹੈ, ਜਦੋਂ ਕਿਤੇ ਸੇਵਾ ਦਾ ਮੌਕਾ ਬਖਸ਼ੋਗੇ ਆਪ ਜੀ ਦੇ ਚਰਨ ਝਾੜਨ ਵਾਸਤੇ ਪਹੁੰਚ ਜਾਣਾ ਹੈ। ਸਾਡੇ ਕੋਲੋਂ ਬੋਲਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਹੋ ਸਕਦੀਆਂ ਨੇ। ਸਾਡੀਆਂ ਗਲਤੀਆਂ ਦੇ ਉੱਤੇ ਪਾਓ ਰਹਿਮਤ ਦਾ ਪਰਦਾ। ਗਲਤੀਆਂ ਨਾ ਚਿਤਾਰਦਿਆਂ ਹੋਇਆ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।